वाहिगुरु जी का खालसा वाहिगुरु जी की फतेह। गुरु की साजी नवाजी साध संगत, आप जी बहुत ही वड्डियां भागां वाले हो जो हर रोज इस गुरमत क्लास ਦੇ ਵਿੱਚ ਜੁੜ ਕਰਕੇ ਗੁਰਮਤ ਰਹਿਣੀ ਬਹਿਣੀ ਅਤੇ ਸਤਿਗੁਰਾਂ ਦੀ ਬਾਣੀ ਦੇ ਨਾਲ ਇਤਿਹਾਸ ਦੇ ਨਾਲ ਜੁੜ ਕੇ ਜੀਵਨ ਸਫਲਾ ਕਰਦੇ ਹੋ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੋ ਆਪਾਂ ਸਤਿਗੁਰਾਂ ਦੀ ਦਇਆ ਸਦਕਾ ਭਾਈ ਗੁਰਦਾਸ ਜੀ ਦੀ 11ਵੀਂ ਵਾਰ, ਜਿਸ ਦਾ ਟੀਕਾ ਭਾਈ ਮਨੀ ਸਿੰਘ ਜੀ ਨੇ ਕੀਤਾ ਹੈ, ਜਿਸ ਨੂੰ ਸਿੱਖਾਂ ਦੀ ਭਗਤਮਾਲਾ ਕਿਹਾ ਗਿਆ ਹੈ, ਉਹਦੇ ਬਾਰੇ ਆਪਾਂ ਵਿਚਾਰ ਚਰਚਾ ਕਰ ਰਹੇ ਹਾਂ ਕਿ ਕਿਵੇਂ ਸਿੱਖ ਸਤਿਗੁਰਾਂ ਦੇ ਪਾਸ ਆਉਂਦੇ ਆ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ, ਇਹਨਾਂ ਦੇ ਕੋਲ ਕਿਵੇਂ ਸਿੱਖ ਆਏ ਤੇ ਕਿਵੇਂ ਉਹਨਾਂ ਨੇ ਸਵਾਲ ਕੀਤੇ ਤੇ ਸਤਿਗੁਰਾਂ ਨੇ ਉਹਨਾਂ ਨੂੰ ਕੀ ਰਸਤਾ ਦੱਸਿਆ ਗੁਰਸਿੱਖੀ ਨਾਲ ਪ੍ਰੀਤ ਪਾਉਣ ਵਾਸਤੇ, ਜੀਵਨ ਸਫਲਾ ਕਰਨ ਵਾਸਤੇ। ਉਹਦੇ ਬਾਰੇ ਆਪਾਂ ਜੋ ਛੋਟੀਆਂ ਛੋਟੀਆਂ ਸਾਖੀਆਂ ਹਨ ਉਹ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਹਾਂ, ਜੋ ਸਤਿਗੁਰਾਂ ਨੇ ਜਿਵੇਂ ਬਖਸ਼ਿਸ਼ ਕੀਤੀ ਹੈ। ਸੋ ਆਪਾਂ 11ਵੀਂ ਵਾਰ ਦੀ 14ਵੀਂ ਪੌੜੀ ਜਿਹੜੀ ਹੈ ਉਹ ਵਿਚਾਰ ਰਹੇ ਹਾਂ, ਤੇ ਜਿਹਦੇ ਵਿੱਚ ਆਪਾਂ ਕੱਲ ਕੁਝ ਗੁਰਸਿੱਖਾਂ ਦੀ ਜੀਵਨ ਬਾਰੇ ਆਪਾਂ ਚਰਚਾ ਕੀਤੀ ਹੈ, ਕੁਝ ਸਾਖੀਆਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਹਨ। ਉਸ ਤੋਂ ਅੱਗੇ ਜਿਹੜੇ ਸਿੱਖ ਰਹਿ ਗਏ ਹਨ ਉਹਨਾਂ ਦੇ ਬਾਰੇ ਆਪਾਂ ਵਿਚਾਰ ਕਰਨੀ ਹੈ। ਸਭ ਤੋਂ ਪਹਿਲਾਂ ਦਾਸ ਸਾਹਿਬ ਜੀ ਦੇ ਨਾਲ ਉਸ ਪੌੜੀ ਦਾ ਮੂਲ ਪਾਠ ਸ਼ੋਅ ਕਰੇਗਾ, ਜਿਹਦੇ ਵਿੱਚ ਇਹਨਾਂ ਸਿੱਖਾਂ ਦਾ ਜ਼ਿਕਰ ਹੈ, ਤਾਂ ਕਿ ਆਪਾਂ ਫਿਰ ਉਸ ਵਿਸ਼ੇ ਦੇ ਨਾਲ ਜੁੜ ਸਕੀਏ। ਸੋ ਆਪ ਜੀ ਦੀ ਸਕਰੀਨ ਦੇ ਉੱਪਰ ਜੋ ਇਹ ਵਾਰ ਦੀ ਪੌੜੀ ਆ ਚੁੱਕੀ ਹੈ। ਹਾਂਜੀ, ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਆ, ਭਗਤ ਸੋ ਭਗਤਾ ਉਹ ਹਰੀ, ਜਾਪੂ ਵੰਸੀ ਸੇਵ ਕਮਾਵੈ, ਸਿੰਘਾਂ ਉੱਪਲ ਜਾਣੀਐ, ਗੱਜਣ ਉੱਪਲ ਸਤਿਗੁਰ ਭਾਵੈ, ਮਲ ਸਿੰਘਾਂ ਵਿੱਚ ਆਖੀਐ, ਭਾਗੀਰਥ ਕਾਲੀ ਗੁਣ ਗਾਵੈ, ਜਿੱਤਾ ਰੰਧਾਵਾ ਭਲਾ ਹੈ, ਬੂੜਾ ਬੁੱਢਾ ਇੱਕ ਮਨ ਧਿਆਵੈ, ਫਿਰਨਾ ਖਹਿਰਾ ਜੋਧ ਸਿੱਖ, ਜੀ ਵਾਈ ਗੁਰਸੇਵ ਸਮਾਵੈ, ਗੁੱਜਰ ਜਾਤ ਲੋਹਾਰ ਹੈ, ਗੁਰ ਸਿੱਖੀ ਗੁਰ ਸਿੱਖ ਸੁਣਾਵੈ, ਨਾਈ ਧਿੰਗ ਵਖਾਣੀਐ, ਸਤਿਗੁਰ ਸੇਵ ਕੁਟੰਬ ਤਰਾਵੈ, ਗੁਰਮੁਖ ਸੁਖ ਫਲ ਅਲਖ ਲਖਾਵੈ। ਵਾਹਿਗੁਰੂ। ਸੋ ਇਹ ਜੋ ਉਹਨੂੰ ਥੋੜਾ ਵੱਡਾ ਕਰੋ ਤੇ ਦਿਖਦਾ ਹੀ ਨਹੀਂ ਮੈਨੂੰ। ਵਾਹਿਗੁਰੂ। ਸੋ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਜੋ ਆਪਾਂ ਇਹ ਵਿਚਾਰੀ ਹੈ ਪੌੜੀ, ਇਹਦੇ ਅਖਰੀ ਅਰਥ ਆਪਾਂ ਕਰ ਚੁੱਕੇ ਹਾਂ, ਤੇ ਇੱਥੋਂ ਤੱਕ ਆਪਾਂ ਜਿਹੜੇ ਆ ਭਗਤਾਂ ਦਾ ਨਾਮ ਜਿਹੜਾ, ਸਿੱਖਾਂ ਦਾ ਨਾਮ ਜਿਹੜਾ ਹੈ ਆਇਆ ਹੈ, ਜੋ ਮਲਸੀਹਾਂ ਵਿੱਚ ਆਖੀਏ, ਭਾਗੀਰਥ ਕਾਲੀ ਗੁਣ ਗਾਵੇ। ਇੱਥੋਂ ਤੱਕ ਜਿਹੜਾ ਹੈ ਆਪਾਂ ਵਿਚਾਰ ਕਰ ਚੁੱਕੇ ਹਾਂ, ਜਿਹਦੇ ਵਿੱਚ ਆਪਾਂ ਭਗਤਾ ਉਹਰੀ, ਜਾਪੂ ਬੰਸੀ, ਛੀਹਾਂ ਤੇ ਗੱਜਣ ਉੱਪਲ ਤੇ ਮਲਸੀਹਾਂ ਦਾ ਭਾਈ ਭਗੀਰਥ, ਇਹਨਾਂ ਦੇ ਬਾਰੇ ਵਿਚਾਰ ਚਰਚਾ ਆਪਾਂ ਕਰ ਚੁੱਕੇ ਹਾਂ। ਤੇ ਅੱਜ ਆਪਾਂ ਜਿਹੜਾ ਹੈ ਜਿੱਤਾ ਰੰਧਾਵਾ ਬਾਬਾ ਬੁੱਢਾ ਜੀ ਬਾਰੇ, ਬੂੜਾ ਬੁੱਢਾ ਇੱਕ ਮਨ ਧਿਆਵੈ, ਇਹਨਾਂ ਤੋਂ ਆਪਾਂ ਸ਼ੁਰੂ ਕਰਨੀ ਹੈ। ਭਾਈ ਜਿੱਤੇ ਰੰਧਾਵੇ ਦੀ ਜਿਹੜੀ ਸਾਖੀ ਹੈ ਉਹ ਤੋਂ ਆਪਾਂ ਅੱਜ ਜਿਹੜੀ ਹੈ ਗੱਲ ਸ਼ੁਰੂ ਕਰਨੀ ਹੈ। ਸੋ ਸਤਿਗੁਰਾਂ ਨੇ ਬੜੀ ਹੀ ਬਖਸ਼ਿਸ਼ ਜਿਹੜੀ ਹੈ ਉਹ ਕੀਤੀ ਹੈ ਗੁਰਸਿੱਖਾਂ ਦੇ ਉੱਤੇ। ਬੜਾ ਹੀ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਮਾਣ ਪ੍ਰਤਿਸ਼ਠਾ ਬਖਸ਼ਿਸ਼ ਕੀਤੀ ਹੈ। ਜਿਸ ਵੀ ਤਰ੍ਹਾਂ ਦੀ ਭਾਵਨਾ ਲੈ ਕੇ ਸਿੱਖ ਗੁਰੂ ਦੇ ਕੋਲ ਆਉਂਦਾ ਹੈ, ਤੇ ਸਤਿਗੁਰੂ ਉਸੇ ਤਰ੍ਹਾਂ ਦੀ ਭਾਵਨਾ ਨੂੰ ਫੜ ਲਾ ਕੇ ਗੁਰਸਿੱਖ ਦੀ ਜਿਹੜੀ ਹੈ ਕਲਿਆਣ, ਗੁਰਸਿੱਖ ਦੀ ਚੜ੍ਹਦੀ ਕਲਾ ਸਤਿਗੁਰੂ ਕਰਦੇ ਆ। ਜੀਵਨ ਮੁਕਤੀ ਦਾ ਦਾਨ ਸਤਿਗੁਰੂ ਬਖਸ਼ਿਸ਼ ਕਰਦੇ ਆ, ਕਿਉਂਕਿ ਜੀਵਨ ਮੁਕਤੀ ਦਾ ਦਾਨ ਸਿਰਫ ਤੇ ਸਿਰਫ ਗੁਰੂ ਕੋਲ ਹੁੰਦਾ ਹੈ। ਗੁਰੂ ਹੀ ਰਸਤਾ ਦੱਸਦਾ ਹੈ ਕਿ ਆਪਣੇ ਜੀਵਨ ਨੂੰ ਕਿਸ ਰਸਤੇ ਤੇ ਚਲਾਏਗਾ ਤੇ ਇਸ ਤੇਰੇ ਜੀਵਨ ਦੇ ਵਿੱਚ ਭਲਾ ਹੋਵੇਗਾ। ਇਹ ਸਾਖੀਆਂ ਮੈਂ ਉਸ ਦਿਨ ਵੀ ਆਪ ਜੀ ਨਾਲ ਵਿਚਾਰ ਕੀਤੀ ਹੈ, ਸਿਰਫ ਸਾਖੀਆਂ ਸੁਣਨ ਵਾਸਤੇ ਨਹੀਂ, ਆਪਣੇ ਜੀਵਨ ਦੇ ਵਿੱਚ ਢਾਲਣ ਵਾਸਤੇ ਵੀ ਹਨ। ਕਿਉਂਕਿ ਕਈ ਤਰ੍ਹਾਂ ਦੇ ਸਵਾਲ ਹੁੰਦੇ ਆ ਸਾਡੇ ਵੀ, ਤੇ ਉਹ ਸਵਾਲ ਕਿਸੇ ਨਾ ਕਿਸੇ ਪੁਰਖ ਦੇ ਜੀਵਨ ਦੇ ਵਿੱਚ ਅੱਜ ਵੀ ਵਾਪਰ ਰਹੇ ਆ। ਤੇ ਜੇ ਉਹ ਸਵਾਲਾਂ ਦੇ ਅਨੁਸਾਰ ਸਤਿਗੁਰਾਂ ਦੇ ਇਹਨਾਂ ਜਵਾਬਾਂ ਨੂੰ ਲੈ ਲਵੇ
ਤੇ ਆਪਣੇ ਜੀਵਨ ਤੇ ਢੁਕਾਵੇ ਤੇ ਉਹ ਵੀ ਜੀਵਨ ਮੁਕਤ ਹੋ ਸਕਦਾ, ਉਹ ਵੀ ਸਤਿਗੁਰੂ ਉਹਦਾ ਵੀ ਭਲਾ ਕਰ ਦੇਣਗੇ। ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਜਿਹੜੀ ਹੈ ਅੱਜ ਸਾਖੀ ਵਿਚਾਰਨੀ, ਉਹ ਭਾਈ ਜਿੱਤਾ ਰੰਧਾਵਾ। ਇਹ ਅਜਿੱਤਾ ਰੰਧਾਵਾ ਸਿੱਖ ਸਤਿਗੁਰਾਂ ਦਾ ਬੜਾ ਪਿਆਰਾ ਸਿੱਖ ਸੀ, ਬੜੀ ਸਤਿਗੁਰਾਂ ਦੀ ਟਹਿਲ ਇਹਨੇ ਕੀਤੀ ਹੈ। ਤੇ ਇਹ ਸਤਿਗੁਰਾਂ ਦੇ ਕੋਲ ਆਇਆ, ਇਹਨੇ ਆਣ ਕੇ ਸਤਿਗੁਰਾਂ ਦੇ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਅਰਦਾਸ ਕੀਤੀ ਹੈ ਕਿ ਪਾਤਸ਼ਾਹ, ਮੈਂ ਸੁਣਿਆ ਕਿ ਸੰਤਾਂ ਦੇ ਦਰਸ਼ਨ ਕਰਕੇ ਤੇ ਜੀਵਨ ਜਿਹੜਾ ਆ ਉਹ ਸੰਸੇ ਨਿਵਿੱਤ ਹੋ ਜਾਂਦਾ ਹੈ। ਆਪ ਜੀ ਵਰਗਿਆਂ ਮਹਾਂਪੁਰਖਾਂ ਦੇ ਦਰਸ਼ਨ ਕਰਕੇ, ਗੁਰੂ ਜੀ ਸਤਿਗੁਰਾਂ ਦੇ ਦਰਸ਼ਨ ਕਰਕੇ ਜੀਵਨ ਦੇ ਵਿੱਚ ਸ਼ਾਂਤੀ ਆਉਂਦੀ ਆ, ਜੀਵਨ ਮੁਕਤ ਹੋ ਜਾਈਦਾ, ਜੀਵਨ ਸੁੱਖ ਪ੍ਰਾਪਤ ਹੁੰਦੇ ਆ। ਤੇ ਮੈਨੂੰ ਵੀ ਕੋਈ ਰਸਤਾ ਦੱਸੋ ਕਿ ਮੇਰੇ ਸੰਸੇ ਜਿਹੜੇ ਉਹ ਨਿਵਿਰਤ ਹੋ ਜਾਣ ਤੇ ਮੈਨੂੰ ਸ਼ਾਂਤੀ ਪ੍ਰਾਪਤ ਹੋਏ। ਕੋਈ ਐਸਾ ਕੋਈ ਯੋਗ ਧਿਆਨ ਕੁਛ ਵੀ ਬਖਸ਼ਿਸ਼ ਕਰੋ ਕਿ ਜਿਹਦੇ ਨਾਲ ਮੈਂ ਆਪਣੇ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਕਰਾਂ, ਮਨ ਨੂੰ ਸ਼ਾਂਤੀ ਆਵੇ, ਜੀਵਨ ਜਿਹੜਾ ਹੈ ਉਹ ਚੰਗਾ ਬਣੇ। ਤੇ ਸਤਿਗੁਰਾਂ ਨੇ ਕਿਹਾ ਭਾਈ ਜਿੱਤੇ ਨੂੰ, ਭਾਈ ਜਿੱਤੇ ਰੰਧਾਵੇ ਨੂੰ, ਕਿ ਭਾਈ ਗੱਲ ਇੰਝ ਹੈ ਕਿ 8 ਤਰ੍ਹਾਂ ਦਾ ਯੋਗ ਹੈ, ਜਿਹੜਾ ਅਸ਼ਟਾਂਗ ਯੋਗ ਜਿਹਨੂੰ ਕਿਹਾ ਜਾਂਦਾ ਨਾ, ਪਤੰਜਲੀ ਵਾਲੇ ਮੰਨਦੇ ਅਸ਼ਟਾਂਗ ਯੋਗ। ਸਤਿਗੁਰੂ ਕਹਿੰਦੇ 8 ਤਰ੍ਹਾਂ ਦਾ ਯੋਗ ਹੈ ਤੇ 8 ਤਰ੍ਹਾਂ ਦਾ ਭਗਤੀ ਯੋਗ ਹੈ, ਤੇ ਤੂੰ ਕਿਹੜਾ ਯੋਗ ਕਰਨਾ ਚਾਹੁੰਦਾ? ਤੇ ਇਹ ਕਹਿੰਦਾ ਜੀ ਮੈਂ ਤੇ ਸਿੱਧਾ ਸਾਦਾ ਜੱਟ ਬੰਦਾ, ਮੇਰੇ ਕੋਲ ਇੰਨਾ ਵੱਡਾ ਯੋਗ ਸਾਧਨਾ ਕਿਹੜੀ ਹੋਣੀ ਹੈ, ਤੇ ਮੈਨੂੰ ਭਗਤੀ ਯੋਗ ਦ੍ਰਿੜ ਕਰਵਾਓ। ਮੇਰੇ ਨਾਲ ਜਿਹੜੀ ਹੈ ਨਾ ਭਗਤੀ ਉਹ ਦ੍ਰਿੜ ਕਰਵਾਓ, ਜਿਹਦੇ ਨਾਲ ਭਗਤੀ ਯੋਗ ਹੋਵੇ, ਜਿੰਨਾ ਸੌਖਾ ਰਸਤਾ ਹੋਵੇ। ਤੇ ਸਤਿਗੁਰਾਂ ਨੇ ਕਿਹਾ ਫਿਰ ਸੌਖਾ ਰਸਤਾ ਭਗਤੀ ਯੋਗ ਹੈ। ਤੇ ਫਿਰ ਸਤਿਗੁਰਾਂ ਨੇ ਕਿਹਾ ਵੀ ਭਾਈ 8 ਤਰ੍ਹਾਂ ਦਾ ਇਹ ਯੋਗ ਹੈ, ਉਹ ਕਿਹੜਾ ਕਿਹੜਾ? ਸਤਿਗੁਰਾਂ ਨੇ ਕਿਹਾ, ਸਤਿਗੁਰਾਂ ਨੇ ਕਿਹਾ ਸਭ ਤੋਂ ਪਹਿਲਾਂ ਯਮ ਹੈ, ਫਿਰ ਉਸ ਤੋਂ ਬਾਅਦ ਨੇਮ, ਤੀਸਰਾ ਇਕਾਂਤ ਦੇਸ਼, ਇਕਾਂਤਵਾਸ ਕਰਨਾ, ਚੌਥਾ ਜਿਹੜਾ ਹੈ ਆਸਣ ਕਰਨੇ, ਪੰਜਵਾਂ ਪ੍ਰਾਣਾਯਾਮ ਕਰਨਾ, ਛੇਵਾਂ ਧਿਆਨ ਟਿਕਾਉਣਾ, ਸੱਤਵਾਂ ਧਾਰਨਾ ਤੇ 8ਵੀਂ ਸਮਾਧੀ ਹੈ। ਇਹ ਹੈ 8 ਤਰ੍ਹਾਂ ਦਾ ਯੋਗ, ਇਹਨੂੰ ਕਿਹਾ ਜਾਂਦਾ ਅਸ਼ਟਾਂਗ ਯੋਗ। ਪਹਿਲਾ ਯਮ, ਦੂਜਾ ਨੇਮ, ਤੀਜਾ ਇਕਾਂਤ, ਚੌਥਾ ਆਸਨ, ਪੰਜਵਾਂ ਪ੍ਰਾਣਾਯਾਮ, ਛੇਵਾਂ ਧਿਆਨ, ਸੱਤਵਾਂ ਧਾਰਨਾ ਤੇ 8ਵਾਂ ਸਮਾਧੀ। ਤੇ ਇਹਨੇ ਕਿਹਾ ਸਤਿਗੁਰੂ ਇਹ ਤੇ ਫਿਰ ਕਾਰਜ ਬਹੁਤ ਔਖਾ ਹੈ ਤੇ ਜੋਗੀ ਲੋਕ ਕਰਦੇ ਆ, ਤੇ ਤੁਸੀਂ ਭਗਤੀ ਦ੍ਰਿੜਾਓ ਮੈਨੂੰ, ਮੈਂ ਭਗਤੀ ਕਰਨੀ ਚਾਹੁੰਦਾ ਆ, ਮੈਨੂੰ ਭਗਤੀ ਦ੍ਰਿੜ ਕਰਵਾਓ ਤਾਂ ਕਿ ਮੇਰਾ ਜੀਵਨ ਜਿਹੜਾ ਆ ਉਹ ਮੁਕਤ ਹੋ ਸਕੇ। ਤੇ ਸਤਿਗੁਰਾਂ ਫਿਰ ਉਹਨੂੰ ਭਗਤੀ ਯੋਗ ਦੱਸਿਆ ਕਿ ਭਗਤੀ ਯੋਗ ਕੀ ਹੈ। ਸਤਿਗੁਰਾਂ ਨੇ ਕਿਹਾ ਸਭ ਤੋਂ ਪਹਿਲੇ ਜਿਹੜੀ ਹੈ ਨਾ ਪ੍ਰਥਮੇ ਜਿਹੜਾ ਆ ਯਮ, ਯਮ ਕੀ ਹੈ? ਸਤਿਗੁਰਾਂ ਨੇ ਕਿਹਾ ਆਪਣੇ ਮਨ ਨੂੰ ਨੀਵਾਂ ਰੱਖਣਾ, ਆਪਣੇ ਮਨ ਨੂੰ ਹੰਕਾਰ ਨਹੀਂ ਲੈ ਕੇ ਆਉਣਾ, ਅਭਿਮਾਨ ਨਹੀਂ ਕਿਸੇ ਗੱਲ ਦਾ ਕਰਨਾ, ਮਨ ਨੂੰ ਨੀਵਾਂ ਰੱਖਣਾ ਹੈ, ਗਰਬ ਨਹੀਂ ਕਰਨਾ ਕਿਸੇ ਤਰ੍ਹਾਂ ਦਾ। ਦੂਸਰਾ ਜਿਹੜਾ ਨੇਮ ਹੈ, ਉਹ ਨੇਮ ਪੱਕਾ ਕਿਹੜਾ ਕਰਨਾ ਹੈ? ਨੇਮ ਦਾ ਅਰਥ ਹੁੰਦਾ ਨਿਯਮ, ਨਿਯਮ ਕੀ ਪਾਲਣਾ ਹੈ? ਸਾਧ ਸੰਗਤ 'ਚ ਜਾਣਾ ਹੈ ਤੇ ਉੱਥੇ ਕਥਾ ਕੀਰਤਨ ਸਰਵਣ ਕਰਨਾ ਤੇ ਮਨ ਨੂੰ ਠਹਿਰਾਉਣਾ, ਇਹਨੂੰ ਕਹਿੰਦੇ ਨੇਮ, ਇਹਨੂੰ ਨਿਯਮ ਨੂੰ ਪਾਲਣਾ ਹੈ। ਬਾਣੀ ਪੜ੍ਹ ਸਕਦਾ ਹੈ ਤੇ ਬਾਣੀ ਪੜ੍ਹਨ ਦੀ ਸ਼ਕਤੀ ਹੈ, ਬਾਣੀ ਪੜ੍ਹਨੀ ਹੈ, ਜੇ ਪੜ੍ਹ ਨਹੀਂ ਸਕਦਾ ਤੇ ਬਾਣੀ ਸੁਣਨੀ, ਇਹਨੂੰ ਨੇਮ ਬਣਾਉਣਾ ਹੈ, ਨਿੱਤ ਦਾ, ਆਪਣੇ ਨਿੱਤ ਦਾ ਕਰਮ ਬਣਾਉਣਾ ਹੈ। ਸਭ ਤੋਂ ਪਹਿਲਾਂ ਯਮ, ਯਮ ਹੈ ਆਪਣੇ ਮਨ ਨੂੰ ਨੀਵਾਂ ਰੱਖਣਾ, ਮਨ ਦੇ ਵਿੱਚ ਕੋਈ ਅਭਿਮਾਨ ਕੋਈ ਹੰਕਾਰ ਨਹੀਂ ਆਉਣ ਦੇਣਾ। ਦੂਸਰਾ ਜਿਹੜਾ ਹੈ ਉਹ ਕਥਾ ਕੀਰਤਨ 'ਚ ਮਨ ਲਾਉਣਾ, ਇਹ ਨੇਮ ਹੈ। ਤੀਸਰਾ ਇਕਾਂਤ ਦੇਸ਼, ਇਕਾਂਤ ਵਸਨਾ, ਇਕਾਂਤ ਵਾਸਾ ਕੀ ਹੈ? ਕਿ ਸਾਰਿਆਂ ਦੇ ਵਿੱਚ ਉਸ ਪ੍ਰਭੂ ਨੂੰ ਜਾਣਨਾ, ਪਰਮਾਤਮਾ ਨੂੰ ਜਾਣਨਾ, ਕਿ ਹਰ ਜਗ੍ਹਾ ਦੇ ਉੱਤੇ ਉਹ ਵਸਿਆ ਹੋਇਆ ਹੈ, ਇਹਨੂੰ ਕਹਿੰਦੇ ਇਕਾਂਤਵਾਸ। ਕਿ ਉਹਨੂੰ ਹਰ ਥਾਂ ਦੇ ਉੱਤੇ ਜਾਣ ਕੇ ਇਹ ਜਾਣਨਾ ਕਿ ਮੈਂ ਉਹਦੇ ਨਾਲ ਇੱਕ ਹਾਂ, ਇਹਨੂੰ ਕਹਿੰਦੇ ਇਕਾਂਤਵਾਸ। ਫਿਰ ਚੌਥਾ ਜਿਹੜਾ ਹੈ ਸਤਿਗੁਰਾਂ ਨੇ ਕਿਹਾ ਉਹ ਆਸਣ ਹੈ। ਆਸਣ ਕੀ ਕਰਨਾ ਹੈ? ਕਿ ਪ੍ਰਮਾਤਮਾ ਦੇ ਵਿੱਚ, ਅਕਾਲ ਪੁਰਖ ਦੇ ਵਿੱਚ ਆਪਣੀ ਬਿਰਤੀ ਜੋੜ ਕੇ ਰੱਖਣੀ, ਇਹ ਆਸਣ ਕਰਨਾ ਹੈ। ਹਰ ਵੇਲੇ ਉਹਦੇ ਵਿੱਚ ਧਿਆਨ ਟਿਕਾ ਕੇ ਰੱਖਣਾ ਉਸ ਪਰਮਾਤਮਾ ਦੇ ਵਿੱਚ, ਇਹਨੂੰ ਕਹਿੰਦੇ ਆ ਅਸਥਿਤ ਕਰਨਾ ਆਪਣਾ ਧਿਆਨ, ਇਹਨੂੰ ਆਸਣ ਕਹਿੰਦੇ ਆ, ਆਸਣ ਲਾਉਣਾ। ਤੇ ਫਿਰ ਉਸ ਤੋਂ ਬਾਅਦ ਪੰਜਵਾਂ ਜਿਹੜਾ ਪ੍ਰਾਣਾਯਾਮ, ਪ੍ਰਾਣਾਯਾਮ ਸਤਿਗੁਰਾਂ ਨੇ ਕਿਹਾ ਕਿ 3 ਤਰ੍ਹਾਂ ਦਾ ਪ੍ਰਾਣਾਯਾਮ ਹੈ। ਸਤਿਗੁਰੂ ਉਹ ਕਿਹੜਾ? ਸਤਿਗੁਰੂ ਕਹਿੰਦੇ ਪੂਰਕ, ਕੁੰਭਕ ਤੇ ਰੇਚਕ, ਪੂਰਕ, ਕੁੰਭਕ ਤੇ ਰੇਚਕ, ਇਹ 3 ਤਰ੍ਹਾਂ ਦਾ ਜਿਹੜਾ ਪ੍ਰਾਣਾਯਾਮ ਹੈ। ਤੇ ਸਤਿਗੁਰਾਂ ਨੇ ਖੋਲ ਕੇ ਸਮਝਾਇਆ। ਸਤਿਗੁਰ ਕਹਿੰਦੇ ਸਭ ਤੋਂ ਪਹਿਲਾ ਜਿਹੜਾ ਹੈ ਨਾ ਉਹ ਪ੍ਰਾਣਾਯਾਮ ਹੈ
ਆਪਣੇ ਮਨ ਦੇ ਉੱਤੇ ਟਿਕਾਓ ਰੱਖਣਾ, ਮਨ ਦੇ ਨੂੰ ਬਚਨਾਂ ਦੇ ਨਾਲ ਖਿੱਚੇ ਰੱਖਣਾ, ਗੁਰੂ ਦੇ ਬਚਨਾਂ ਦੇ ਵਿੱਚ ਟਿਕਾਉਣਾ। ਇਹ ਜਿਹੜਾ ਇਹਨੂੰ ਕਹਿੰਦੇ ਆ ਵਾਹਿਗੁਰੂ, ਇਹਨੂੰ ਪੂਰਕ ਕਹਿੰਦੇ ਆ। ਇਹ ਪੂਰਕ ਹੈ। ਆਪਣੇ ਮਨ ਨੂੰ ਗੁਰੂ ਦੇ ਸ਼ਬਦ ਦੇ ਵਿੱਚ ਲਾ ਕੇ ਰੱਖਣਾ, ਮਨ ਨੂੰ ਕਿਸੇ ਹੋਰ ਪਾਸੇ ਨਾ ਜਾਣ ਦੇਣਾ, ਇਹਨੂੰ ਪੂਰਕ ਕਹਿੰਦੇ ਆ। ਇਹ ਪ੍ਰਾਣਾਯਾਮ ਦਾ ਪਹਿਲਾ ਨਿਯਮ ਹੈ, ਪੂਰਕ, ਆਪਣੇ ਆਪ ਨੂੰ ਗੁਰੂ ਚਰਨਾਂ ਦੇ ਵਿੱਚ ਲਾ ਕੇ ਰੱਖਣਾ। ਤੇ ਦੂਸਰਾ ਹੈ ਕੁੰਭਕ। ਕੁੰਭਕ ਕੀ ਹੈ? ਗੁਰੂ ਦੇ ਬਚਨਾਂ ਨੂੰ ਸੁਣ ਕੇ ਜਿਹੜੀ ਵੀ ਵਸਤੂ ਸਮਝ ਆਉਂਦੀ ਉਹਨੂੰ ਹਿਰਦੇ 'ਚ ਟਿਕਾ ਕੇ ਅਭਿਆਸ ਕਰਨਾ। ਜੇ ਬਾਣੀ ਪੜ੍ਹਦੇ ਆ, ਇੱਕ ਸ਼ਬਦ ਵੀ ਸਮਝ ਆਇਆ ਤੇ ਉਹਨੂੰ ਵਾਰ-ਵਾਰ ਦੁਹਰਾ ਕੇ ਮਨ 'ਚ ਟਿਕਾਉਣਾ। ਇਹ ਮੇਰੇ ਗੁਰੂ ਨੇ ਅੱਜ ਆਹ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਮੇਰੇ ਗੁਰੂ ਨੇ ਆਹ ਉਪਦੇਸ਼ ਬਖਸ਼ਿਸ਼ ਕੀਤਾ, ਅੱਜ ਕੀਰਤਨ 'ਚ ਆਹ ਤੁਕ ਬੜੀ ਸੁੰਦਰ ਲੱਗੀ ਹੈ। ਉਹਨੂੰ ਵਾਰ-ਵਾਰ ਆਪਣੇ ਮਨ 'ਚ ਦ੍ਰਿੜ ਕਰਾਉਣਾ, ਇਹਨੂੰ ਕਹਿੰਦੇ ਆ ਕੁੰਭਕ। ਤੇ ਤੀਸਰਾ ਜਿਹੜਾ ਹੈ ਉਹ ਇਹ ਹੈ ਰੇਚਕ। ਰੇਚਕ ਕੀ ਹੈ? ਸਤਿਗੁਰਾਂ ਨੇ ਕਿਹਾ ਰੇਚਕ ਹੈ ਪਦਾਰਥ ਤਿਆਗਣੇ। ਜਿੰਨੇ ਵੀ ਪਦਾਰਥ ਆ ਉਹਨਾਂ ਦਾ ਤਿਆਗ ਕਰਨਾ, ਜਿੰਨੇ ਵੀ ਪਦਾਰਥ ਹਨ ਦੁਨਿਆਵੀ ਪਦਾਰਥ, ਉਹਨਾਂ ਦਾ ਤਿਆਗ ਕਰਕੇ ਗੁਰੂ ਦੇ ਵਿੱਚ ਧਿਆਨ ਲਾਉਣਾ, ਇਹ ਹੈ ਕੁੰਭਕ। ਇਹ ਤਿੰਨ ਵਾਹਿਗੁਰੂ, ਇਹ ਹੈ ਰੇਚਕ। ਇਹ ਤਿੰਨ ਤਰ੍ਹਾਂ ਦੇ ਸਤਿਗੁਰਾਂ ਨੇ ਕਿਹਾ ਪ੍ਰਾਣਾਯਾਮ ਹਨ ਸਿੱਖ ਵਾਸਤੇ ਭਗਤੀ ਯੋਗ ਦੇ ਵਿੱਚ। ਫਿਰ ਸਤਿਗੁਰੂ ਛੇਵਾਂ ਧਿਆਨ। ਤੇ ਸਤਿਗੁਰਾਂ ਨੇ ਕਿਹਾ ਧਿਆਨ ਜਿਹੜਾ ਹੈ ਇਹਨੂੰ ਗੁਰੂ ਦੇ ਬਚਨਾਂ ਨੂੰ ਸੁਣਨ ਦੇ ਵਿੱਚ ਤੇ ਪੜ੍ਹਨ ਦੇ ਵਿੱਚ ਟਿਕਾਉਣਾ, ਅਰਥਾਂ ਨੂੰ ਸਮਝਣਾ ਤੇ ਮਨ 'ਚ ਕੋਈ ਵੀ ਸੰਕਲਪ ਨਾ ਫੁਰਨ ਦੇਣਾ, ਇਹਨੂੰ ਕਹਿੰਦੇ ਧਿਆਨ। ਇਹ ਧਿਆਨ ਸਦਾ ਹੀ ਗੁਰੂ ਦੇ ਵਿੱਚ ਟਿਕਿਆ ਰਵੇ, ਮਨ ਦੇ ਵਿੱਚ ਕੋਈ ਸੰਕਲਪ ਕੋਈ ਵਿਕਲਪ ਫੁਰੇ ਹੀ ਨਾ, ਮਨ ਦੇ ਵਿੱਚ ਸਿਰਫ ਤੇ ਸਿਰਫ ਗੁਰਬਾਣੀ ਦੇ ਅਰਥ, ਗੁਰਬਾਣੀ ਹੀ ਚੱਲੇ, ਇਹਨੂੰ ਕਹਿੰਦੇ ਆ ਧਿਆਨ। ਫਿਰ ਸਤਿਗੁਰੂ ਸਤਵਾਂ ਕੀ ਹੈ? ਸਤਿਗੁਰੂ ਕਹਿੰਦੇ ਸਤਵਾਂ ਧਾਰਨਾ। ਇਹ ਧਾਰਨਾ ਕੀ ਹੈ? ਸਤਿਗੁਰੂ ਕਹਿੰਦੇ ਧਾਰਨਾ ਜਿਹੜੀ ਹੈ ਉਹ ਇਹ ਹੈ ਕਿ ਮਨ ਨੂੰ ਸੰਕਲਪ ਆਵੇ ਵੀ ਫੇਰ ਵੀ ਮਨ ਨੂੰ ਜੋੜ ਕੇ ਰੱਖੇ। ਜੇ ਮਨ 'ਚ ਕਿਤੇ ਸੰਕਲਪ ਆ ਵੀ ਜਾਵੇ ਨਾ ਕਿ ਮੈਂ ਕਿਸੇ ਗੱਲ ਦਾ, ਕਿਸੇ ਵੀ ਚੀਜ਼ ਦਾ ਸੰਕਲਪ ਫੁਰਦਾ ਹੈ, ਤੇ ਉਹਦੇ ਨਾਲ ਇਹ ਨਾ ਹੋਵੇ ਕਿ ਆਪਣੇ ਮਨ ਨੂੰ ਡੁਲਾ ਲਵੇ, ਸਗੋਂ ਉਸ ਸੰਕਲਪ ਦੇ ਉੱਤੇ ਆਪਣੇ ਮਨ ਦੇ ਉੱਤੇ ਆਪਣੇ ਸ਼ਬਦ ਨੂੰ ਭਾਰੀ ਰੱਖੇ। ਸ਼ਬਦ ਜਿਹੜਾ ਹੈ ਉਹ ਮਨ ਦੇ ਵਿੱਚ ਵਾਰ-ਵਾਰ ਲੈ ਕੇ ਆਵੇ, ਵਾਰ-ਵਾਰ ਆਪਣੇ ਮਨ ਨੂੰ ਸ਼ਬਦ ਦੇ ਵਿੱਚ ਜੋੜੇ। ਜੇ ਮਨ ਕਿਤੇ ਡੋਲੇ ਵੀ ਤੇ ਉਹਨੂੰ ਸ਼ਬਦ ਦੇ ਨਾਲ ਜਿਹੜਾ ਸਮਝਾਵੇ, ਕਿਸੇ ਵੀ ਤਰੀਕੇ ਦੇ ਨਾਲ, ਬਾਣੀ ਦੇ ਨਾਲ, ਸ਼ਬਦ ਦੇ ਨਾਲ ਮਨ ਨੂੰ ਸਮਝਾਉਣਾ ਕਰੇ, ਇਹਨੂੰ ਕਹਿੰਦੇ ਆ ਧਾਰਨਾ। ਫਿਰ ਸਤਿਗੁਰੂ ਜਿਹੜਾ ਅੱਠਵਾਂ ਹੈ ਉਹ ਕੀ ਹੈ? ਤੇ ਸਤਿਗੁਰਾਂ ਨੇ ਕਿਹਾ ਅੱਠਵੀਂ ਸਮਾਧੀ ਹੈ। ਤੇ ਉਹ ਸਮਾਧੀ ਕੀ ਹੈ? ਅੱਠੇ ਪੈਰ ਜਿਹੜਾ ਸ਼ਬਦ ਹੈ ਉਹਨੂੰ ਮਨ 'ਚ ਵਸਾ ਕੇ ਰੱਖਣਾ, ਅੱਠੇ ਪੈਰ ਗੁਰੂ ਗੁਰੂ ਜਪਣਾ, ਵਾਹਿਗੁਰੂ ਦਾ ਨਾਮ ਜਪਣਾ, ਇਹਨੂੰ ਕਹਿੰਦੇ ਆ ਸਮਾਧੀ। ਤੇ ਸਤਿਗੁਰਾਂ ਨੇ ਕਿਹਾ ਇਹ ਸਮਾਧੀ ਫਿਰ ਪੂਰਨ ਹੁੰਦੀ ਆ, ਸਵਿਕਲਪ ਸਮਾਧੀ ਹੁੰਦੀ ਆ, ਤੇ ਇੱਕ ਹੁੰਦੀ ਵਿਕਲਪ ਸਮਾਧੀ। ਜਿਹੜੀ ਸੰਕਲਪ ਸਮਾਧੀ ਹੈ ਉਹਦੇ ਵਿੱਚ ਸ਼ਬਦ ਦੇ ਨਾਲ ਅਰਥ ਵੀ ਸਮਝਣੇ, ਪੂਰਾ ਮਨ ਨੂੰ ਜੋੜਨਾ। ਤੇ ਜਿਹੜੀ ਹੈ ਵਿਕਲਪ ਸਮਾਧੀ, ਉਹਦੇ ਵਿੱਚ ਸ਼ਬਦਾਂ ਦੇ ਤਾਤਪਰਜ ਸਮਝਣੇ, ਭਾਵ ਸ਼ਬਦਾਂ ਦੇ ਵਿੱਚ ਮਨ ਨੂੰ ਟਿਕਾਣਾ, ਠਹਿਰਾ ਦੇਣਾ। ਤੇ ਸਤਿਗੁਰੂ ਕਹਿੰਦੇ ਭਗਤੀ ਯੋਗ ਹੈ, ਇਹਨੂੰ ਜਿੱਤਿਆ ਭਗਤੀ ਜੋ ਕਿਹਾ ਜਾਂਦਾ ਹੈ। ਤੇ ਦੋਵੇਂ ਹੱਥ ਜੋੜ ਕੇ ਭਾਈ ਜਿੱਤੇ ਰੰਧਾਵੇ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਕਿ ਸਤਿਗੁਰੂ ਮੈਂ ਹੁਣ ਇਸੇ ਤਰ੍ਹਾਂ ਹੀ ਜਿਹੜੀ ਹੈ ਭਗਤੀ ਕਰਾਂਗਾ। ਤੇ ਸਤਿਗੁਰਾਂ ਨੇ ਕਿਹਾ ਜੇ ਇਸ ਤਰ੍ਹਾਂ ਤੂੰ ਭਗਤੀ ਕਰੇਗਾ ਨਾ, ਤੇਰਾ ਵੀ ਉਧਾਰ ਹੋਏਗਾ, ਤੇਰੇ ਪਰਿਵਾਰ ਦਾ ਵੀ ਉਧਾਰ ਹੋਏਗਾ, ਤੇ ਤੇਰੀ ਜਿਹੜੀ ਕੁੱਲ ਦਾ ਵੀ ਉਧਾਰ ਹੋਏਗਾ, ਜੇ ਇਸ ਤਰ੍ਹਾਂ ਤੂੰ ਭਗਤੀ ਕਰੇਗਾ, ਜਿਸ ਤਰ੍ਹਾਂ ਭਗਤੀ ਜੋ ਕਰੇਗਾ। ਤਾਂ ਦੇਖੋ ਸਤਿਗੁਰਾਂ ਨੇ ਜਿਹੜਾ ਹੈ ਕਿੰਨਾ ਔਖਾ ਹੈ ਯੋਗ ਆਸਣ ਕਰਨੇ, ਅਸ਼ਟਾਂਗ ਦੇ ਧਾਰਨੀ ਹੋਣਾ ਕਿੰਨਾ ਔਖਾ ਹੈ, ਪਰ ਸਤਿਗੁਰਾਂ ਨੇ ਭਗਤੀ ਦੁਆਰਾ ਅਸ਼ਟਾਂਗ ਦੀ ਵਿਆਖਿਆ ਕਰ ਦਿੱਤੀ ਕਿ ਭਾਈ ਜਿੱਤਿਆ ਜੇ ਇਸ ਤਰ੍ਹਾਂ ਜੀਵਨ ਦੇ ਵਿੱਚ ਚੱਲੇਗਾ ਤੇ ਤੇਰੇ ਵੀ ਦੁੱਖ ਨਾਸ਼ ਹੋਣਗੇ, ਤੇ ਤੇਰਾ ਵੀ ਕਲਿਆਣ ਹੋਵੇਗਾ, ਤੇ ਤੇਰੇ ਪਰਿਵਾਰ ਦਾ ਵੀ ਕਲਿਆਣ ਹੋਵੇਗਾ। ਭਾਈ ਜਿੱਤੇ ਰੰਧਾਵੇ ਨੇ ਨਮਸਕਾਰ ਕੀਤੀ ਸਤਿਗੁਰਾਂ ਨੂੰ, ਤੇ ਇਸ ਤਰ੍ਹਾਂ ਇਹਨੇ ਫਿਰ ਆਪਣਾ ਜੀਵਨ ਜਿਹੜਾ ਜੀਵਿਆ ਤੇ ਕਲਿਆਣ ਹੋਇਆ। ਫਿਰ ਉਸ ਤੋਂ ਬਾਅਦ ਅਗਲੀ ਸਾਖੀ ਹੈ ਜੀ ਭਾਈ ਬੂੜਾ, ਬਾਬਾ ਬੁੱਢਾ ਜੀ। ਬਚਪਨ ਦਾ ਨਾਮ ਇਹਨਾਂ ਦਾ ਬੂੜਾ ਸੀ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕੱਥੂ ਨੰਗਲ ਦੇ ਬਾਬਾ ਬੁੱਢਾ ਜੀ ਰਹਿਣ ਵਾਲੇ ਸਨ, ਤੇ ਕੱਥੂ ਨੰਗਲ ਦੇ ਬਾਹਰ ਬੈਠੇ ਸਨ। ਸਤਿਗੁਰੂ ਭਾਈ ਮਰਦਾਨਾ ਜੀ ਨਾਲ ਸਨ, ਕੀਰਤਨ ਕਰ ਰਹੇ, ਤੇ ਇੱਥੇ ਗਊਆਂ ਚਰਾਉਣ ਆਏ ਭਾਈ ਬੂੜਾ। ਗਊਆਂ ਚਰਾਉਂਦੇ ਚਰਾਉਂਦੇ ਵੇਖਿਆ ਵੀ ਕੋਈ ਸਾਧੂ ਬੈਠਾ ਹੈ, ਤੇ ਇਹਨਾਂ ਨੇ ਇੱਕ ਗੜਵੀ ਲਈ, ਭਾਂਡਾ ਸੀ ਕੋਲ, ਉਹਦੇ ਵਿੱਚ ਦੁੱਧ ਚੋਇਆ, ਇੱਕ ਜਿਹੜੀ ਸੀ ਮੱਝ ਜਾਂ ਗਾਂ, ਜਿਹੜਾ ਵੀ ਪਸ਼ੂ ਸੀ, ਉਹਦਾ ਦੁੱਧ ਚੋ ਕੇ ਤੇ ਭਾਈ ਬੂੜੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਲਿਆ ਕੇ ਰੱਖ ਦਿੱਤਾ। ਸਤਿਗੁਰਾਂ ਨੇ ਤੇ ਭਾਈ ਮਰਦਾਨੇ ਨੇ ਦੁੱਧ ਛਕਿਆ,
ਤੇ ਸਤਿਗੁਰਾਂ ਨੇ ਕਿਹਾ ਵੀ ਭਾਈ ਦੱਸ ਤੇਰੀ ਕੀ ਇੱਛਾ ਹੈ। ਭਾਈ ਬੂੜਿਆ, ਤੇਰੀ ਕੀ ਇੱਛਾ ਹੈ, ਤੇਰਾ ਕਲਿਆਣ ਕਰੀਏ, ਤੂੰ ਦੱਸ ਕੀ ਮੰਗਦਾ ਹੈ। ਤੇ ਕਹਿੰਦਾ ਸਤਿਗੁਰੂ ਇੱਕ ਕਿਰਪਾ ਕਰੋ ਕਿ ਮੇਰਾ ਜਨਮ ਮਰਨ ਕੱਟ ਦਿਓ। ਸਤਿਗੁਰਾਂ ਨੇ ਕਿਹਾ ਠੀਕ ਹੈ ਭਾਈ, ਤੇਰਾ ਜਨਮ ਮਰਨ ਕੱਟ ਦੇਵਾਂਗੇ, ਪਰ ਤੂੰ ਇੰਨੀ ਛੋਟੀ ਉਮਰ ਦੇ ਵਿੱਚ ਕਿਵੇਂ ਜਾਣ ਗਿਆ ਕਿ ਜਨਮ ਮਰਨ ਕਟਾਉਣਾ ਹੈ, ਕਿ ਭਗਤੀ ਕਰਨੀ ਹੈ, ਤੂੰ ਕਿਵੇਂ ਜਾਣਿਆ, ਸਾਨੂੰ ਇਹ ਦੱਸ। ਤੇ ਭਾਈ ਬੂੜੇ ਨੇ ਕਿਹਾ ਕਿ ਸਤਿਗੁਰੂ ਸਾਡੇ ਪਿੰਡ 'ਚ ਨਾ ਮੁਗਲ ਫੌਜ ਆ ਕੇ ਉਤਰੀ ਸੀ, ਤੇ ਉਹ ਜਦੋਂ ਉਤਰੇ ਆ ਕੇ ਤੇ ਉਹਨਾਂ ਨੇ ਜਿੰਨੀ ਵੀ ਫਸਲ ਸੀ, ਜਿਹੜੀ ਪੱਕੀ ਸੀ, ਕੱਚੀ ਸੀ, ਡੁੱਡਰੀ ਸੀ, ਜਿਹਦੇ ਉੱਤੇ ਫਲ ਪਿਆ ਸੀ ਅਜੇ, ਉਹ ਸਾਰੀ ਵੱਢ ਲਈ। ਸਾਰੀ ਵੱਢ ਕੇ ਉਹਨਾਂ ਆਪਣੇ ਘੋੜਿਆਂ ਨੂੰ ਚਰਾ ਦਿੱਤੀ। ਤੇ ਮੈਂ ਮਨ ਵਿੱਚ ਸੋਚਿਆ ਕਿ ਭਾਈ ਜੇ ਇਹਨਾਂ ਦਾ ਕਿਸੇ ਨੇ ਹੱਥ ਨਹੀਂ ਫੜਿਆ, ਇਹਨਾਂ ਪੱਕੀ ਵੀ ਵੱਢ ਲਈ, ਕੱਚੀ ਵੀ ਵੱਢ ਲਈ, ਤੇ ਜਿਹੜੀ ਫਸਲ ਸੀ ਉਹ ਡੁੱਡਰੀ, ਜਿਹਦੇ ਨੂੰ ਫਲ ਪਿਆ ਸੀ, ਉਹ ਵੀ ਵੱਢ ਲਈ, ਤੇ ਜੀਵਨ ਦਾ ਕੀ ਪਤਾ ਹੈ ਕਿਹੜੇ ਵੇਲੇ ਖਤਮ ਹੋ ਜਾਣਾ। ਜਮਾਂ ਦਾ ਹੱਥ ਥੋੜੀ ਕਿਸੇ ਨੇ ਰੋਕਣਾ, ਕੀ ਪਤਾ ਅੱਜ ਸਵਾਸ ਆਉਂਦਾ ਤੇ ਕੱਲ ਨੂੰ ਨਾ ਆਵੇ। ਕਹਿੰਦਾ ਜੀ ਤਾਂ ਮੇਰੇ ਮਨ 'ਚ ਖਿਆਲ ਆਇਆ ਕਿ ਇਹ ਜੀਵਨ ਦਾ ਕੋਈ ਵਿਸਾਹ ਨਹੀਂ ਹੈ, ਕਿ ਉਹ ਕਦੋਂ ਪਰਮਾਤਮਾ ਵੱਢ ਕੇ ਲੈ ਜਾਵੇ, ਤੇ ਪਰਮਾਤਮਾ ਦਾ ਹੱਥ ਕਿਸੇ ਨੇ ਨਹੀਂ ਫੜਨਾ, ਜਿਵੇਂ ਮੁਗਲਾਂ ਦਾ ਹੱਥ ਨਹੀਂ ਕਿਸੇ ਨੇ ਫੜਿਆ। ਤੇ ਸਤਿਗੁਰਾਂ ਨੇ ਕਿਹਾ ਭਾਈ ਉਮਰ ਤੇਰੀ ਬੜੀ ਛੋਟੀ ਹੈ, ਤੇ ਗੱਲਾਂ ਤੂੰ ਬੁੱਢੀਆਂ ਵਾਲੀਆਂ ਕਰਦਾ, ਤੇ ਅੱਜ ਤੋਂ ਤੇਰਾ ਨਾਮ ਬੁੱਢਾ ਹੋਵੇਗਾ, ਤੇ ਜਾ ਤੂੰ ਵਾਹਿਗੁਰੂ ਦਾ ਨਾਮ ਧਿਆ, ਤੇ ਧਿਆਵੇਂਗਾ ਤੇ ਤੇਰਾ ਕਲਿਆਣ ਹੋਵੇਗਾ। ਫਿਰ ਬਾਬਾ ਬੁੱਢਾ ਜੀ ਨੇ ਕਿਹਾ ਸਤਿਗੁਰੂ ਮੈਂ ਜਪਾਂ ਕਿਵੇਂ, ਮੈਨੂੰ ਜਪਣ ਦੀ ਜਾਚ ਨਹੀਂ ਹੈ। ਸਤਿਗੁਰਾਂ ਨੇ ਕਿਹਾ 4 ਤਰ੍ਹਾਂ ਨਾਲ ਜਪਿਆ ਜਾਂਦਾ ਹੈ ਨਾਮ। ਕਹਿੰਦਾ ਜੀ ਮੈਨੂੰ ਸਮਝਾਓ। ਬਾਬਾ ਬੁੱਢਾ ਜੀ ਨੇ ਕਿਹਾ ਕਿ ਸਤਿਗੁਰੂ 4 ਤਰ੍ਹਾਂ ਦੇ ਨਾਲ ਕਿਵੇਂ ਜਪਿਆ ਜਾਂਦਾ ਹੈ। ਸਤਿਗੁਰੂ ਕਹਿੰਦੇ ਇੱਕ ਪਹਿਲਾ ਹੈਗਾ ਪਰਾਬਾਣੀ ਦੇ ਨਾਲ, ਧੁਨੀ ਤੋਂ, ਜਿਹੜਾ ਸਵਾਸ ਜਿੱਥੋਂ ਆਪਾਂ ਖਿੱਚਦੇ ਹਾਂ, ਜਿੱਥੋਂ ਸਵਾਸ ਆਉਂਦਾ ਹੈ ਆਪਾਂ ਨੂੰ, ਸਤਿਗੁਰੂ ਕਹਿੰਦੇ ਪਹਿਲਾਂ ਉੱਥੋਂ ਜਿਹੜਾ ਸਵਾਸ ਆਉਂਦਾ ਹੈ ਉੱਥੋਂ ਜਪਣਾ। ਫਿਰ ਦੂਸਰਾ ਹੈਗਾ ਆ ਪਰਾ, ਫਿਰ ਪਸੰਤੀ ਹੈਗਾ ਆਪਣੇ ਹਿਰਦੇ ਦੇ ਵਿੱਚੋਂ, ਹਿਰਦੇ ਦੇ ਵਿੱਚੋਂ ਜਪਣਾ, ਜਿਵੇਂ ਦਿਲ ਧੜਕਦਾ, ਧੜਕਣ ਦੇ ਨਾਲ ਹੀ ਨਾਮ ਜਪਣਾ। ਤੇ ਤੀਸਰਾ ਹੈਗਾ ਆ ਸਵਾਸਾਂ ਦੇ ਨਾਲ ਜਪਣਾ, ਸਵਾਸ ਜਿਹੜਾ ਆਉਂਦਾ ਹੈ ਜਾਂਦਾ ਗਲੇ ਦੇ ਵਿੱਚੋਂ ਜਦੋਂ ਲੰਘਦਾ ਹੈ ਤੇ ਉਦੋਂ ਜਪਣਾ। ਇਹਨੂੰ ਕਹਿੰਦੇ ਆ ਜਿਹੜਾ, ਇਹਨੂੰ ਪਰਾ ਬਾਣੀ ਕਹਿੰਦੇ ਆ, ਵਾਹਿਗੁਰੂ ਪਰਾ, ਤੇ ਇਹਨੂੰ ਪਸੰਤੀ ਤੇ ਇਹਨੂੰ ਮਧਮਾ ਕਹਿੰਦੇ, ਜਿਹੜਾ ਗਲੇ 'ਚ ਜਪਣਾ। ਫਿਰ ਸਤਿਗੁਰੂ ਅੱਗੇ ਚੌਥਾ ਰਸਤਾ ਕੀ ਹੈ, ਸਤਿਗੁਰਾਂ ਨੇ ਕਿਹਾ ਚੌਥਾ ਹੈਗਾ ਪਰਾ, ਪਸੰਤੀ, ਮਧਮਾ ਤੇ ਬੈਖਰੀ। ਬੈਖਰੀ ਬਾਣੀ ਦੇ ਨਾਲ, ਜੀਵ ਦੇ ਨਾਲ ਉਹਨੂੰ ਪਰਮਾਤਮਾ ਨੂੰ ਜਪਣਾ। ਕਹਿੰਦਾ ਸਤਿਗੁਰੂ ਮੈਂ ਕਿਵੇਂ ਜਪਾਂ। ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੇ ਹਜ਼ੂਰ ਕਿਹਾ ਕਿ ਸਤਿਗੁਰੂ ਮੈਨੂੰ ਦੱਸੋ ਮੇਰਾ ਕਲਿਆਣ ਕਿਵੇਂ ਹੋਏਗਾ। ਤੇ ਸਤਿਗੁਰਾਂ ਨੇ ਕਿਹਾ ਭਾਈ ਤੂੰ ਬੈਖਰੀ ਬਾਣੀ ਦੇ ਨਾਲ ਜਪ, ਤੇ ਕਿਰਪਾ ਹੋਊਗੀ ਗੁਰੂ ਦੀ, ਤੇਰਾ ਜਿਹੜਾ ਹੈ ਨਾ ਤੂੰ ਪਰਾ ਬਾਣੀ ਦੇ ਨਾਲ ਵੀ ਜਪਣ ਲੱਗ ਜਾਵੇਂਗਾ, ਤੇ ਤੇਰੇ ਉੱਤੇ ਐਸੀ ਕਿਰਪਾ ਹੋਏਗੀ, ਤੈਨੂੰ ਅਸੀਂ ਉਪਦੇਸ਼ ਦੇਵਾਂਗੇ ਤੇ ਤੂੰ ਸਾਡੇ ਸੰਗ ਹੀ ਰਵੇਂਗਾ, ਤੂੰ ਸਾਡਾ ਹੀ ਰੂਪ ਬਣ ਜਾਏਗਾ। ਤੇ ਸਤਿਗੁਰਾਂ ਨੇ ਵਾਕਈ ਬਾਬਾ ਬੁੱਢਾ ਜੀ ਉੱਤੇ ਐਸੀ ਕਿਰਪਾ ਕੀਤੀ ਕਿ ਧੰਨ ਬਾਬਾ ਬੁੱਢਾ ਜੀ ਛੇਵਾਂ ਪਾਤਸ਼ਾਹੀਆਂ ਦੇ ਤੱਕ ਸਤਿਗੁਰਾਂ ਨੇ ਜਿਹੜਾ ਹੈ ਉਹ ਸੇਵਾ ਕੀਤੀ। 6 ਪਾਤਸ਼ਾਹੀਆਂ ਤੱਕ ਸਤਿਗੁਰਾਂ ਨੇ ਸੇਵਾ ਕੀਤੀ ਧੰਨ ਬਾਬਾ ਬੁੱਢਾ ਜੀ ਨੇ। ਤੇ ਤਿਲਕ ਦੀ ਜਿਹੜੀ ਸੇਵਾ ਸੀ, ਜਦੋਂ ਸਤਿਗੁਰੂ ਗੁਰੂ ਸਾਹਿਬ ਤਖਤ ਤੇ ਬਿਰਾਜਮਾਨ ਹੁੰਦੇ, ਵਾਹਿਗੁਰੂ, ਸਤਿਗੁਰੂ ਗੁਰੂ ਸਾਹਿਬ ਜਦੋਂ ਤਖਤ ਦੇ ਉੱਤੇ ਬਿਰਾਜਮਾਨ ਹੁੰਦੇ ਸਨ, ਗੁਰਤਾ ਗੱਦੀ ਪ੍ਰਾਪਤ ਹੁੰਦੀ ਸੀ, ਉਦੋਂ ਤਿਲਕ ਦਾ ਜਿਹੜਾ ਕਾਰਜ ਸੀ ਉਹ ਬਾਬਾ ਬੁੱਢਾ ਜੀ ਨੂੰ ਦਿੱਤਾ ਜਾਂਦਾ ਸੀ। ਬਾਬਾ ਬੁੱਢਾ ਜੀ ਤਿਲਕ ਲਾਉਂਦੇ, 6 ਪਾਤਸ਼ਾਹੀਆਂ ਤੱਕ ਸਤਿਗੁਰਾਂ ਨੂੰ ਤਿਲਕ ਲਾਇਆ ਬਾਬਾ ਬੁੱਢਾ ਜੀ ਨੇ। ਸਭ ਤੋਂ ਪਹਿਲਾ ਮੱਥਾ ਜਿਹੜੇ ਵੀ ਗੁਰੂ ਸਾਹਿਬ ਬਣਦੇ, ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਨੂੰ ਪਹਿਲਾ ਮੱਥਾ ਬਾਬਾ ਬੁੱਢਾ ਜੀ ਨੇ ਟੇਕਿਆ। ਫਿਰ ਗੁਰੂ ਅਮਰਦਾਸ ਜੀ ਨੂੰ ਵੀ ਪਹਿਲਾ ਮੱਥਾ ਬਾਬਾ ਬੁੱਢਾ ਜੀ ਨੇ ਟੇਕਿਆ ਸੀ। ਇਸੇ ਤਰ੍ਹਾਂ 6 ਪਾਤਸ਼ਾਹੀਆਂ ਤੱਕ ਬਾਬਾ ਬੁੱਢਾ ਜੀ ਨੇ ਜਿਹੜਾ ਤਿਲਕ ਕੀਤਾ। ਤੇ ਜਦੋਂ 6ਵੇਂ ਪਾਤਸ਼ਾਹ ਜੀ ਦਾ ਵੇਲਾ ਆਇਆ ਤੇ ਉਸ ਸਮੇਂ ਫਿਰ ਸ਼੍ਰੀ ਹਰਗੋਬਿੰਦਪੁਰੇ ਸਤਿਗੁਰੂ ਹਰਗੋਬਿੰਦ ਸਾਹਿਬ ਨਾ ਸ਼੍ਰੀ ਹਰਗੋਬਿੰਦਪੁਰੇ ਠਹਿਰੇ ਸਨ। ਇੱਥੇ ਸਤਿਗੁਰਾਂ ਨੇ ਬੜਾ ਸੋਹਣਾ ਨਗਰ ਵਸਾਇਆ ਸੀ, ਸ਼੍ਰੀ ਹਰਗੋਬਿੰਦਪੁਰਾ। ਤੇ ਫਿਰ ਬਾਬਾ ਜੀ ਦੇ ਮਨ ਵਿੱਚ ਇੱਕ ਦਿਨ ਆਈ ਕਿ ਮੈਂ 6ਵੇਂ ਪਾਤਸ਼ਾਹ ਨੂੰ ਮਿਲ ਕੇ ਆਵਾਂ। ਫਿਰ ਬੀੜ ਬਾਬਾ ਬੁੱਢਾ ਸਾਹਿਬ ਤੋਂ ਚੱਲੇ ਸਨ, ਤੇ ਬੀੜ ਬਾਬਾ ਬੁੱਢਾ ਸਾਹਿਬ ਤੋਂ ਉੱਥੇ ਸ਼੍ਰੀ ਹਰਗੋਬਿੰਦਪੁਰੇ ਪਹੁੰਚੇ। ਤੇ ਉੱਥੇ ਜਾ ਕੇ ਉਸ ਸ਼ਹਿਰ ਦਾ ਨਾਮ ਹੀ ਬਾਬਾ ਬੁੱਢਾ ਜੀ ਨੇ ਰੱਖਿਆ ਸੀ। ਸਤਿਗੁਰਾਂ ਨੇ ਕਿਹਾ ਸੀ 6ਵੇਂ ਪਾਤਸ਼ਾਹ ਨੇ, ਕਹਿੰਦੇ ਕਿ ਬਾਬਾ ਜੀ ਸਾਨੂੰ ਦੱਸੋ ਕਿ ਇਸ ਸ਼ਹਿਰ ਦਾ ਨਾਮ ਕੀ ਹੋਵੇਗਾ। ਤੇ ਸਤਿਗੁਰਾਂ ਨੇ ਕਿਹਾ, ਬਾਬਾ ਬੁੱਢਾ ਜੀ ਨੇ ਕਿਹਾ ਕਿ ਸਤਿਗੁਰੂ ਤੁਹਾਡੇ ਨਾਲੋਂ ਜਿਹੜਾ ਜਾਣੀ ਜਾਣ ਕੌਣ ਹੈ, ਤੁਸੀਂ ਆਪ ਰੱਖੋ ਨਾਮ। ਕਹਿੰਦੇ ਨਹੀਂ ਨਹੀਂ ਤੁਸੀਂ ਦੱਸੋ ਕਿਹੜਾ ਰੱਖੀਏ। ਤੇ ਸਤਿਗੁਰੂ ਕਹਿੰਦੇ ਮੈਨੂੰ ਤੇ ਤੁਹਾਡੇ ਨਾਮ ਵਰਗਾ ਕੋਈ ਨਾਂ ਹੀ ਨਹੀਂ ਲੱਭਦਾ, ਤੁਸੀਂ ਇਹ ਸ਼ਹਿਰ ਦਾ ਨਾਮ ਹੀ ਹਰਗੋਬਿੰਦਪੁਰਾ ਰੱਖੋ। ਫਿਰ ਸਤਿਗੁਰਾਂ ਨੇ ਉਸ ਸ਼ਹਿਰ ਦਾ ਨਾਮ ਹਰਗੋਬਿੰਦਪੁਰਾ ਰੱਖਿਆ।
ਫਿਰ ਬਾਬਾ ਬੁੱਢਾ ਜੀ ਨੇ ਕਿਹਾ ਸੀ ਕਿ ਹੁਣ ਮੈਂ ਸਮਾਂ ਆਉਣ ਵਾਲਾ ਹੈ ਮੇਰਾ ਨਜ਼ਦੀਕ, ਤੇ ਮੈਂ ਚਾਹੁੰਦਾ ਹਾਂ ਕਿ ਮੇਰੇ ਆਖਰੀ ਸਮੇਂ ਆਪ ਜੀ ਜਿਹੜਾ ਮੇਰਾ ਸੰਸਕਾਰ ਕਰੋ, ਮੇਰੇ ਸਵਾਸ ਆਪ ਜੀ ਦੇ ਹੀ ਗੋਦ ਦੇ ਵਿੱਚ ਨਿਕਲ। ਤੇ ਉਸ ਸਮੇਂ ਫਿਰ ਜਿਵੇਂ ਸਤਿਗੁਰਾਂ ਨੇ ਬਚਨ ਕੀਤਾ ਸੀ, ਤੇ ਫਿਰ ਸਮਾਂ ਆਇਆ, ਬਾਬਾ ਬੁੱਢਾ ਜੀ ਵਾਪਸ ਚਲੇ ਗਏ ਕੱਤੂ ਨੰਗਲ। ਇਹ ਤੋਂ ਫਿਰ ਹਰਗੋਬਿੰਦਪੁਰੇ ਤੋਂ ਗੁਰੂ ਹਰਗੋਬਿੰਦ ਸਾਹਿਬ ਜਿਹੜਾ ਹੈ ਉੱਥੇ ਪਹੁੰਚੇ। ਉੱਥੇ ਜਾ ਕੇ ਬਾਬਾ ਬੁੱਢਾ ਜੀ ਨੂੰ ਜਿਹੜਾ ਹੈ ਨਮਸਕਾਰ ਕੀਤੀ। ਬਾਬਾ ਬੁੱਢਾ ਜੀ ਨਾਲ ਰਾਤ ਕੱਟੀ, ਪੂਰੀ ਰਾਤ ਵਿਚਾਰਾਂ ਚੱਲਦੀਆਂ ਰਹੀਆਂ, ਤੇ ਸਾਰੇ ਸਤਿਗੁਰਾਂ ਦਾ ਜੀਵਨ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਣਾਇਆ। ਵਾਰ-ਵਾਰ ਬੇਨਤੀਆਂ ਕਰਨ ਤੇ ਕਿ ਬਾਬਾ ਜੀ ਸਾਨੂੰ ਸਤਿਗੁਰਾਂ ਦੇ ਬਾਰੇ ਕੁਝ ਤੇ ਦੱਸੋ। ਤੇ ਫਿਰ ਸਤਿਗੁਰਾਂ ਨੇ ਬੜੇ ਪਿਆਰ ਦੇ ਨਾਲ ਸਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਾਰਾ ਹੀ ਜੀਵਨ ਗੁਰੂ ਨਾਨਕ ਸਾਹਿਬ ਜੀ ਦਾ ਸੁਣਾਇਆ। ਤੇ ਫਿਰ ਉਹੀ ਸਾਰਾ ਜੀਵਨ ਗੁਰੂ ਅੰਗਦ ਸਾਹਿਬ ਜੀ ਦਾ, ਗੁਰੂ ਅਮਰਦਾਸ ਜੀ ਦਾ, ਪੰਜਵੇਂ ਪਾਤਸ਼ਾਹ ਤੱਕ ਜਿਹੜਾ ਸਾਰਾ ਜੀਵਨ ਸੁਣਾਇਆ, ਤੇ ਸਾਰੇ ਸਿੱਖਾਂ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ। ਤੇ ਉਸ ਸਮੇਂ ਕਹਿੰਦੇ ਆ ਕਿ ਬਾਬਾ ਬੁੱਢਾ ਜੀ ਨੇ ਆਪਣੇ ਲਾਗੇ ਹੀ ਆਸਣ ਲਵਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਨੇੜੇ ਹੀ ਰਾਤ ਆਸਣ ਲਵਾਇਆ। ਤੇ ਆਸਣ ਲਵਾ ਕੇ ਤੇ ਬਾਬਾ ਬੁੱਢਾ ਜੀ ਨੇ ਆਪਣੇ ਪੁੱਤਰ ਨੂੰ ਬੁਲਾ ਕੇ ਤੇ ਉਹਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ 'ਚ ਫੜਾਈ ਸੀ। ਕਹਿੰਦੇ ਕਿ ਹੁਣ ਮੇਰਾ ਤੇ ਅੰਤਲਾ ਸਮਾਂ ਆ ਗਿਆ ਹੈ, ਕਿਰਪਾ ਕਰੋ ਮੇਰੇ ਪਰਿਵਾਰ ਨੂੰ ਨਾ ਵਿਛੋੜਨਾ, ਇਹਨਾਂ ਨੂੰ ਆਪਣੇ ਨਾਲ ਰੱਖਣਾ। ਤੇ ਉਸ ਸਮੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ ਸੀ ਕਿ ਬਾਬਾ ਜੀ ਇਵੇਂ ਹੋਏਗਾ, ਆਪ ਜੀ ਦੀ ਵੰਸ਼ ਦੇ ਵਿੱਚੋਂ ਹੀ ਸਾਨੂੰ ਜਿਹੜਾ ਤਿਲਕ ਦਿਆ ਕਰਨਗੇ, ਇਹਨਾਂ ਨੂੰ ਹੀ ਇਹ ਜਿਹੜੀ ਹੈ ਪ੍ਰਾਪਤ ਹੋਏਗੀ, ਸਾਰਾ ਕੁਝ ਇਹਨਾਂ ਦੇ ਕੋਲ ਹੀ ਪ੍ਰਾਪਤੀ ਹੋਏਗੀ, ਜਿਹੜੇ ਇਹ ਤਿਲਕ ਲਾਉਣਗੇ ਜਿਹਨੂੰ ਉਹੀ ਗੁਰੂ ਹੋਇਆ ਕਰਨਗੇ। ਇਸ ਤਰ੍ਹਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨਾਲ ਰਾਤ ਬਤੀਤ ਕੀਤੀ, ਬੜੀਆਂ ਸਾਖੀਆਂ ਸੁਣੀਆਂ ਵੱਡੇ ਸਤਿਗੁਰਾਂ ਦੀਆਂ। ਫਿਰ ਉਪਰੰਤ ਅੰਮ੍ਰਿਤ ਵੇਲਾ ਹੋਇਆ ਤੇ ਬਾਬਾ ਬੁੱਢਾ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜਾ ਹੈ ਉਹਨਾਂ ਦੇ ਗੋਦੀ ਦੇ ਵਿੱਚ ਆਪਣਾ ਸਿਰ ਰੱਖ ਕੇ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਕੇ ਪ੍ਰਾਣ ਤਿਆਗੇ। ਫਿਰ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਬਾਬਾ ਬੁੱਢਾ ਜੀ ਦਾ ਜਿਹੜਾ ਸੀ ਉਹ ਅੰਤਿਮ ਸੰਸਕਾਰ ਕੀਤਾ। ਐਸੇ ਬਾਬਾ ਬੁੱਢਾ ਜੀ ਹਨ, ਇਹਨਾਂ ਦਾ ਐਸਾ ਜੀਵਨ ਹੈ ਕਿ ਸਤਿਗੁਰਾਂ ਨੇ ਕਹਿ ਦਿੱਤਾ ਸੀ, ਬੁੱਢਿਆ ਤੇਥੋਂ ਓਲੇ ਕਦੇ ਨਾ ਹੋਸਾਂ, ਕਿ ਬਾਬਾ ਬੁੱਢਾ ਜੀ ਤੁਹਾਡੇ ਤੋਂ ਕਦੀ ਨਹੀਂ ਮੈਂ ਓਲੇ ਹੋਵਾਂਗਾ। ਤੇ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਲੱਤ ਮਾਰੀ ਸੀ ਨਾ, ਦਾਤੂ ਨੇ ਲੱਤ ਮਾਰੀ ਤੇ ਗੁਰੂ ਅਮਰਦਾਸ ਮਹਾਰਾਜ ਬਾਸਰ ਕੇ ਆ ਗਏ, ਦਰਵਾਜ਼ਾ ਬੰਦ ਕਰ ਲਿਆ। ਤੇ ਦਰਵਾਜ਼ਾ ਬੰਦ ਕਰ ਲਿਆ ਤੇ ਸਤਿਗੁਰੂ ਅੰਦਰ ਤੇ ਬਾਹਰ ਲੈ ਕੇ ਲਾ ਦਿੱਤਾ, ਜਿਹੜਾ ਦਰਵਾਜ਼ੇ ਥਾਣੀ ਆਏਗਾ ਤੇ ਉਹ ਸਾਡਾ ਸਿੱਖ ਨਹੀਂ। ਤੇ ਉਸ ਸਮੇਂ ਸਤਿਗੁਰਾਂ ਦੇ ਕੋਲ ਜਿਹੜੀ ਘੋੜੀ ਸੀ ਉਹ ਵਾਪਸ ਗੋਇੰਦਵਾਲ ਚਲ ਗਈ, ਤੇ ਬਾਬਾ ਬੁੱਢਾ ਜੀ ਉਸ ਘੋੜੀ ਨੂੰ ਨਾਲ ਲੈ ਕੇ ਤੇ ਉੱਥੇ ਪਹੁੰਚੇ। ਤੇ ਸਤਿਗੁਰਾਂ ਨੂੰ ਵੇਖਿਆ ਕਿ ਦਰਵਾਜ਼ੇ ਤੇ ਲਿਖਿਆ ਹੈ ਸਤਿਗੁਰਾਂ ਨੇ ਕਿ ਜਿਹੜਾ ਦਰਵਾਜ਼ਾ ਖੋਲੇਗਾ ਉਹ ਸਾਡਾ ਸਿੱਖ ਨਹੀਂ। ਤੇ ਬਾਬਾ ਬੁੱਢਾ ਜੀ ਨੇ ਫਿਰ ਵਿਉਂਤ ਬਣਾਈ, ਪਿਛਲੇ ਪਾਸੇ ਸੰਨ ਮਾਰ ਕੇ, ਸੰਨ ਸਾਹਿਬ ਗੁਰਦੁਆਰਾ ਬਾਸਰ ਕੇ ਵਿਖੇ ਹੈ, ਸੰਨ ਮਾਰ ਕੇ ਉਸ ਦਰਵਾਜ਼ੇ ਨੂੰ ਤੇ ਵਾਹਿਗੁਰੂ ਕੰਧ ਨੂੰ ਤੇ ਅੰਦਰ ਦਾਖਲ ਹੋ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਤੇ ਸਤਿਗੁਰਾਂ ਨੇ ਕਿਹਾ, ਬਾਬਾ ਬੁੱਢਾ ਜੀ ਤੁਸੀਂ ਬਾਹਰ ਲਿਖਿਆ ਵਚਨ ਨਹੀਂ ਪੜ੍ਹਿਆ? ਤੇ ਬਾਬਾ ਬੁੱਢਾ ਜੀ ਕਹਿੰਦੇ, ਵਚਨ ਤੇ ਪੜ੍ਹਿਆ ਸਤਿਗੁਰੂ, ਪਰ ਮੈਂ ਤੇ ਜਿਹੜਾ ਆ ਉਹ ਬਚਨ ਆਪ ਜੀ ਦਾ ਕਮਾਇਆ ਵੀ ਹੈ, ਤੇ ਮੈਂ ਤੇ ਅਗਲੇ ਰਸਤੇ ਆਇਆ ਹੀ ਨਹੀਂ, ਮੈਂ ਤੇ ਪਿਛਲੇ ਪਾਸੇ ਸੰਨ ਮਾਰ ਕੇ ਆਇਆ। ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਸਤਿਗੁਰਾਂ ਨੇ ਕਿਹਾ, ਜਿਹੜਾ ਇਸ ਸੰਨ ਦੇ ਵਿੱਚੋਂ ਦੀ ਲੰਘ ਕੇ ਸਾਡੇ ਦਰਸ਼ਨ ਕਰੇਗਾ ਉਹ ਮੁਕਤ ਹੋਵੇਗਾ। ਸੋ ਇਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਆਪਣੀ ਸਿੱਖੀ ਜੀਵਨ ਦੇ ਵਿੱਚ ਸਿੱਖੀ ਕਮਾਈ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਜਦੋਂ ਬਾਬਾ ਬੁੱਢਾ ਜੀ ਜ਼ਿਆਦਾ ਬਜ਼ੁਰਗ ਹੋ ਗਏ ਸਨ, ਇਹਨਾਂ ਦੀ ਪਾਲਕੀ ਲੈ ਕੇ ਆ ਰਹੇ ਸਨ ਚਾਰ ਸਿੱਖ ਬੀੜ ਬਾਬਾ ਬੁੱਢਾ ਸਾਹਿਬ। ਤੇ ਗੁਰੂ ਹਰਗੋਬਿੰਦ ਸਾਹਿਬ ਦਾ ਮਨ ਆਇਆ, ਮਨ ਦੇ ਵਿੱਚ ਆਈ ਕਿ ਇਹ ਤਾਂ ਸਤਿਗੁਰੂ ਦੇ ਬੜੇ ਪਿਆਰੇ ਸਿੱਖ ਹਨ, ਬਜ਼ੁਰਗ ਸਿੱਖ ਹਨ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ, ਤੇ ਮੈਂ ਕਿਉਂ ਨਾ ਇਹਨਾਂ ਦੀ ਸੇਵਾ ਕਰਾਂ। ਤੇ ਸਤਿਗੁਰਾਂ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਦੀ ਪਾਲਕੀ ਨੂੰ ਮੋਢਾ ਦੇਣਾ ਚਾਹਿਆ। ਜਦੋਂ ਪਾਲਕੀ ਮੋਢੇ ਤੇ ਰੱਖੀ ਤੇ ਬਾਬਾ ਬੁੱਢਾ ਜੀ ਨੇ ਅੰਦਰੋਂ ਆਵਾਜ਼ ਦਿੱਤੀ ਕਿ ਪਾਲਕੀ ਰੱਖ ਦੋ, ਨਹੀਂ ਤੇ ਮੈਂ ਵਿੱਚੋਂ ਛਾਲ ਮਾਰ ਦਿਆਂਗਾ। ਤੇ ਜਦੋਂ ਇਹ ਗੱਲ ਸੁਣੀ ਤੇ ਪਾਲਕੀ ਰੱਖ ਦਿੱਤੀ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਪਰਦਾ ਪਾਸੇ ਕੀਤਾ ਤੇ ਬਾਬਾ ਜੀ ਬਾਹਰ ਆਏ ਤੇ ਦਰਸ਼ਨ ਕੀਤੇ, ਮੱਥਾ ਟੇਕਿਆ। ਤੇ ਸਤਿਗੁਰਾਂ ਨੇ ਕਿਹਾ, ਬਾਬਾ ਜੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਪਾਲਕੀ ਨੂੰ ਮੋਢਾ ਦਿੱਤਾ? ਤੇ ਉਸ ਸਮੇਂ ਫਿਰ ਗੁਰੂ ਵਾਹਿਗੁਰੂ ਬਾਬਾ ਬੁੱਢਾ ਜੀ ਕਹਿੰਦੇ, ਸਤਿਗੁਰੂ ਆਪ ਜੀ ਨੇ ਬਚਨ ਕੀਤਾ ਸੀ ਪਹਿਲੇ ਜਾਮੇ 'ਚ ਕਿ ਬੁੱਢਿਆ ਤੇਥੋਂ ਓਲੇ ਕਦੇ ਨਾ ਹੋਸਾਂ, ਤੇ ਆਪ ਜੀ ਨੇ ਹੁਣ ਬਚਨ ਜਿਹੜਾ ਕੀਤਾ ਹੈ ਤੇ ਆਪ ਜੀ ਮੇਰੇ ਤੋਂ ਓਲੇ ਥੋੜੀ ਹੋ ਸਕਦੇ ਹੋ। ਮੈਨੂੰ ਪਤਾ ਲੱਗ ਜਾਂਦਾ ਹੈ ਆਪ ਜੀ ਕਿੱਥੇ ਹੋ ਤੇ ਕੀ ਕਰ ਰਹੇ ਹੋ, ਇਸ ਕਰਕੇ ਅੱਗੇ ਤੋਂ ਮੇਰੀ ਪਾਲਕੀ ਨੂੰ ਮੋਢਾ ਨਾ ਦੇਣਾ, ਕਿਉਂਕਿ ਆਪ ਜੀ ਵੱਡੇ ਸਤਿਗੁਰੂ ਹੋ, ਆਪ ਜੀ ਸਤਿਗੁਰੂ ਤੇ ਮੈਂ ਆਪ ਜੀ ਦਾ ਨਿਮਾਣਾ ਜਿਹਾ ਸਿੱਖ। ਇਸ ਤਰ੍ਹਾਂ ਸਿੱਖੀ ਜਿਹੜੀ ਹੈ ਇਹਨਾਂ ਨੇ ਕਮਾਈ, ਧੰਨ ਬਾਬਾ ਬੁੱਢਾ ਜੀ ਨੇ। ਫਿਰ ਉਸ ਤੋਂ ਬਾਅਦ ਸਾਧ ਸੰਗਤ ਅਗਲੀ ਸਾਖੀ ਜਿਹੜੀ ਹੈ
ਭਾਈ ਫਿਰਨਾ ਤੇ ਖਹਿਰਾ ਜੀ ਦੀ। ਇਹ ਵੀ ਫਿਰਨਾ ਖਹਿਰਾ ਤੇ ਭਾਈ ਜੋਧ, ਇਹ ਵੀ ਸਤਿਗੁਰਾਂ ਦੇ ਕੋਲ ਆਏ। ਇਹਨਾਂ ਨੇ ਆ ਕੇ ਸਤਿਗੁਰਾਂ ਦੇ ਕੋਲ ਅਰਦਾਸ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਕਿ ਸਤਿਗੁਰ ਕੋਈ ਐਸਾ ਉਪਦੇਸ਼ ਦਿਓ ਜਿਹਦੇ ਨਾਲ ਸਾਡਾ ਕਲਿਆਣ ਹੋਵੇ, ਸਾਡਾ ਕੁਟੰਬ ਤਰੇ, ਸਾਨੂੰ ਸਿੱਖੀ ਪ੍ਰਾਪਤ ਹੋਵੇ। ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ ਸਿੱਖੀ ਦੀ ਪ੍ਰਾਪਤੀ ਮਨ ਨੀਵਾਂ ਕਰਕੇ ਹੁੰਦੀ ਹੈ। ਸਿੱਖੀ ਦੀ ਪ੍ਰਾਪਤੀ ਮਨ ਨੀਵਾਂ ਕਰਕੇ ਹੁੰਦੀ ਹੈ। ਜੇ ਮਨ ਨੀਵਾਂ ਕਰਕੇ ਆਓਗੇ ਤੇ ਸਿੱਖੀ ਦੀ ਪ੍ਰਾਪਤੀ ਹੈ, ਨਹੀਂ ਤੇ ਸਿੱਖੀ ਦੀ ਪ੍ਰਾਪਤੀ ਨਹੀਂ ਹੋਣੀ। ਤੁਹਾਡੇ ਪਾਸੋਂ ਸਰੀਰ ਪਾਸੋਂ ਸੇਵਾ ਕਰਨੀ ਸਿੱਖਾਂ ਦੀ, ਤੇ ਪਿਛਲ ਰਾਤ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਭਾਵ ਨਾਮ ਅਭਿਆਸ ਕਰਨਾ, ਇਸ਼ਨਾਨ ਕਰਨਾ, ਨਾਮ ਅਭਿਆਸ ਕਰਨਾ ਤੇ ਮਨ ਨੂੰ ਨੀਵਾਂ ਰੱਖਣਾ, ਵਾਹਿਗੁਰੂ ਨੂੰ ਸੁਆਮੀ ਜਾਣਨਾ ਤੇ ਸੇਵਕ ਬਣ ਕੇ ਜਿਹੜੀ ਉਹ ਸੇਵਾ ਕਰਨੀ, ਤੇ ਸਾਧ ਸੰਗਤ ਜਾ ਕੇ ਪ੍ਰੀਤ ਨਾਲ ਸ਼ਬਦ ਸੁਣਨਾ, ਪਿਆਰ ਦੇ ਨਾਲ ਗੁਰਬਾਣੀ ਦੇ ਸ਼ਬਦ ਸੁਣਨੇ। ਤੇ ਉੱਠ ਕੇ ਦੋਵਾਂ ਨੇ ਆਪਣੇ ਆਪ ਦੇ ਵਿੱਚ ਦੋਵਾਂ ਨੇ ਬੈਠ ਕੇ ਗੁਰਬਾਣੀ ਦੀ ਵਿਚਾਰ ਕਰਨੀ, ਮੰਨਣ ਕਰਨਾ ਬਾਣੀ ਦਾ, ਤੇ ਤੁਹਾਡਾ ਦੋਵਾਂ ਦਾ ਉਧਾਰ ਹੋਏਗਾ। ਤੇ ਇਹ ਉਹੀ ਭਾਈ ਜੋਧ ਸਨ, ਇਹ ਖਡੂਰ ਸਾਹਿਬ ਦੇ ਰਹਿਣ ਵਾਲੇ ਸਨ, ਭਾਈ ਫਿਰਨਾ ਤੇ ਖਹਿਰਾ, ਫਿਰਨਾ ਖਹਿਰਾ ਤੇ ਭਾਈ ਜੋਧ। ਤੇ ਇੱਥੇ ਹੀ ਇਹਨਾਂ ਨੇ ਇੱਕ ਦਿਨ ਸ਼ਬਦ ਪੜ੍ਹਿਆ ਸੀ, ਸਤਿਗੁਰਾਂ ਦੀ 21ਵੀਂ ਪੌੜੀ ਭਾਈ ਜੋਧ ਨੇ ਪੜ੍ਹੀ, ਉਚਾਰਨ ਕੀਤੀ ਕਿ ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ, ਜੋ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੀ ਉੱਪਰ ਘਾਲੀ। ਆਸਾ ਦੀ ਵਾਰ ਸੀ, ਅੰਮ੍ਰਿਤ ਵੇਲੇ ਕਰ ਰਹੇ ਸਨ, ਤੇ ਨੇੜੇ ਹੀ ਬੈਠੇ ਸਨ ਭਾਈ ਲਹਿਣਾ ਜੀ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇੜੇ ਬੈਠੇ ਸਨ, ਤੇ ਕੰਨਾਂ ਵਿੱਚ ਆਵਾਜ਼ ਪਈ, ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਤੇ ਮਨ 'ਚ ਵਿਚਾਰ ਆਈ ਵੀ ਇਹ ਕੌਣ ਆ ਤੇ ਕੀ ਪੜ੍ਹਦਾ ਪਿਆ, ਕਿ ਕਿਹਨੂੰ ਸੇਵਨ ਦੇ ਨਾਲ ਸੁੱਖ ਪਾਇਆ ਜਾ ਸਕਦਾ। ਜਦੋਂ ਮਨ 'ਚ ਵਿਚਾਰ ਆਈ ਤੇ ਪੁੱਛਿਆ ਭਾਈ ਜੋਧ ਨੂੰ ਕਿ ਭਾਈ ਜੀ ਤੁਸੀਂ ਕੀ ਪੜ੍ਹਦੇ ਸੀ? ਤੇ ਭਾਈ ਜੋਧ ਨੇ ਆਖਿਆ ਜੀ ਮੈਂ ਬਾਣੀ ਪੜ੍ਹ ਰਿਹਾ ਸੀ। ਕਿਹਦੀ ਬਾਣੀ ਹੈ? ਗੁਰੂ ਨਾਨਕ ਸਾਹਿਬ ਦੀ। ਕੌਣ ਗੁਰੂ ਨਾਨਕ? ਕਹਿੰਦੇ ਧੰਨ ਗੁਰੂ ਨਾਨਕ ਕੀਰਤਪੁਰ ਸਾਹਿਬ ਦੀ, ਵਾਹਿਗੁਰੂ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਿਰਾਜਮਾਨ ਹਨ, ਉੱਥੇ ਉਹ ਉਪਦੇਸ਼ ਦਿੰਦੇ ਆ। ਤੇ ਕਹਿੰਦੇ ਵੀ ਤੁਸੀਂ ਕੀ ਪੜ੍ਹਿਆ? ਤੇ ਫਿਰ ਭਾਈ ਸਾਹਿਬ ਨੇ ਇਸ ਸਮੁੱਚੀ ਪੌੜੀ ਦੀ ਵਿਆਖਿਆ ਕਰਕੇ ਦੱਸੀ ਕਿ ਜਿਸ ਨੂੰ ਸੇਵਨ ਦੇ ਨਾਲ ਸੁੱਖ ਪ੍ਰਾਪਤ ਹੁੰਦਾ ਹੈ, ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਉਹਨੂੰ ਸਦਾ ਹੀ ਚਲਾਉਣਾ ਚਾਹੀਦਾ, ਉਸ ਅਕਾਲ ਪੁਰਖ ਨੂੰ, ਉਸ ਪ੍ਰਮਾਤਮਾ ਨੂੰ ਸਦਾ ਹੀ ਯਾਦ ਰੱਖਣਾ ਚਾਹੀਦਾ। ਇਸ ਤਰ੍ਹਾਂ ਫਿਰ ਸਾਰੀ ਪੌੜੀ ਦੀ ਵਿਆਖਿਆ ਕਰਕੇ ਦੱਸੀ ਤੇ ਮਨ ਵਿੱਚ ਸ਼ਾਂਤੀ ਆਈ। ਜਦੋਂ ਮਨ ਟਿਕਿਆ ਤੇ ਇਹਨਾਂ ਫਿਰ ਮਨ 'ਚ ਧਾਰੀ ਕਿ ਯਾਰ ਕਿ ਜਦੋਂ ਜਵਾਲਾ ਜੀ ਦੇ ਦਰਸ਼ਨ ਕਰਨ ਜਾਵਾਂਗਾ ਤੇ ਉਸ ਸਮੇਂ ਫਿਰ ਮੈਂ ਕਰਤਾਰਪੁਰ ਜਾਵਾਂ। ਫਿਰ ਇਹ ਗੁਰੂ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਕਰਤਾਰਪੁਰ ਗਏ ਤੇ ਫਿਰ ਸਤਿਗੁਰਾਂ ਦੇ ਹੋ ਕੇ ਰਹਿ ਗਏ। ਫਿਰ ਆਪ ਜੀ ਨੂੰ ਪਤਾ ਕਿਵੇਂ ਸਤਿਗੁਰਾਂ ਨੇ, ਗੁਰੂ ਨਾਨਕ ਸਾਹਿਬ ਨੇ ਇਹਨਾਂ ਦੇ ਘੋੜੇ ਦੀਆਂ ਵਾਂਗਾਂ ਫੜ ਕੇ ਆਪ ਲੈ ਕੇ ਗਏ ਸੀ ਤੇ ਕਿਹਾ ਸੀ ਕਿ ਜਿਨ੍ਹਾਂ ਨੇ ਲੈਣਾ ਹੁੰਦਾ ਉਹ ਘੋੜੇ ਤੇ ਚੜ੍ਹ ਕੇ ਆਉਂਦੇ, ਜਿਨ੍ਹਾਂ ਦੇਣਾ ਹੁੰਦਾ ਉਹ ਪੈਦਲ ਹੀ ਜਾਂਦੇ ਹੁੰਦੇ ਆ। ਫਿਰ ਸਤਿਗੁਰਾਂ ਨੂੰ ਸਿੱਖੀ ਪ੍ਰਾਪਤ ਹੋਈ, ਗੁਰੂ ਅੰਗਦ ਸਾਹਿਬ ਜੀ ਨੂੰ, ਤੇ ਫਿਰ ਦੂਸਰੇ ਗੁਰੂ ਬਣੇ। ਸੋ ਇਹ ਭਾਈ ਜੋਧ ਸਨ ਜਿਨ੍ਹਾਂ ਨੇ ਵਿਚੋਲੇ ਦਾ ਕੰਮ ਕੀਤਾ ਸੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨਾਲ ਮਿਲਾਉਣ ਦਾ। ਇਹ ਉਹ ਭਾਈ ਜੋਧ ਹਨ, ਖਡੂਰ ਸਾਹਿਬ ਦੇ ਰਹਿਣ ਵਾਲੇ ਫਿਰਨਾ ਖਹਿਰਾ ਤੇ ਭਾਈ ਜੋਧ। ਇਹ ਦੋ ਸਿੱਖ, ਇਹਨਾਂ ਨੂੰ ਦੋਵਾਂ ਨੂੰ ਸਤਿਗੁਰਾਂ ਨੇ ਜਿਹੜਾ ਹੈ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਤਰ੍ਹਾਂ ਇਹਨਾਂ ਦਾ ਜਿਹੜਾ ਜੀਵਨ ਉਹ ਕਲਿਆਣ ਹੋਇਆ ਸਾਧ ਸੰਗਤ ਭਾਈ ਜੋਧ ਜੀ ਹੁਣਾਂ ਦਾ। ਇਸ ਤੋਂ ਅੱਗੇ ਸਾਧ ਸੰਗਤ ਜਿਹੜਾ ਹੈ ਉਹ ਦੂਸਰੇ ਪਾਤਸ਼ਾਹਾਂ ਦੇ ਸਿੱਖ ਆਉਂਦੇ ਹਨ। ਇਹਦੇ ਸਭ ਤੋਂ ਪਹਿਲਾ ਸਿੱਖ ਹੈ ਭਾਈ ਜੀਵਾ। ਦੂਸਰੇ ਪਾਤਸ਼ਾਹ ਦੇ ਸਿੱਖ ਇੱਥੋਂ ਸ਼ੁਰੂ ਹੋ ਗਏ ਆ। ਪਹਿਲੇ ਪਾਤਸ਼ਾਹ ਦੇ ਜਿਹੜੇ ਸਿੱਖ ਹਨ ਉਹਨਾਂ ਦੀ ਇੱਥੋਂ ਤੱਕ ਹੀ ਵਿਚਾਰ ਹੈ, ਕਿਉਂਕਿ ਸਿੱਖ ਤੇ ਬਹੁਤ ਸਨ ਗੁਰੂ ਸਾਹਿਬ ਦੇ, ਪਰ ਜੋ ਖਾਸ ਭਾਈ ਗੁਰਦਾਸ ਜੀ ਨੇ ਲਿਖੇ ਜਿਨ੍ਹਾਂ ਦੇ ਬਾਰੇ ਵਿਚਾਰ ਸੀ ਉਹ ਆਪ ਜੀ ਨਾਲ ਸਾਂਝੀ ਕੀਤੀ ਹੈ। ਤੇ ਹੁਣ ਇੱਥੋਂ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਸ਼ੁਰੂ ਹੁੰਦੇ ਆ। ਭਾਈ ਜੀਵੇ ਨੇ ਆਣ ਕੇ ਬੇਨਤੀ ਕੀਤੀ ਹੈ ਸਤਿਗੁਰਾਂ ਦੇ ਕੋਲ। ਸਤਿਗੁਰੂ ਦੂਸਰੀ ਪਾਤਸ਼ਾਹੀ ਦੇ ਕੋਲ ਬੜੀ ਹੀ ਟਹਿਲ ਸੇਵਾ ਕਰਦਾ ਹੈ ਆ ਕੇ, ਤੇ ਇਹਨੇ ਸਤਿਗੁਰਾਂ ਨੂੰ ਕਿਹਾ ਕਿ ਮੈਂ ਲੰਗਰ ਦੇ ਵਿੱਚ ਖਿਚੜੀ ਤੇ ਦਹੀਂ ਲੈ ਕੇ ਆਇਆ ਕਰਾਂਗਾ, ਤੇ ਆਪ ਜੀ ਵੀ ਛਕਿਆ ਕਰੋ ਤੇ ਸੰਗਤ ਵੀ ਛਕਿਆ ਕਰੇ। ਤੇ ਸਤਿਗੁਰਾਂ ਨੇ ਕਿਹਾ ਠੀਕ ਹੈ ਭਾਈ, ਜਿਵੇਂ ਤੇਰੀ ਇੱਛਾ ਲੈ ਆਇਆ ਕਰ। ਇਹ ਰੋਜ਼ ਦਾ ਇਹਨੇ ਨਿਯਮ ਬਣਾ ਲਿਆ ਭਾਈ ਜੀਵੇ ਨੇ। ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਸਿਮਰਨ ਕਰਨਾ, ਤੇ ਖਿਚੜੀ ਤੇ ਦਹੀਂ ਲੈ ਕੇ ਤੇ ਸੰਗਤ 'ਚ ਹਾਜ਼ਰ ਹੋਇਆ ਕਰ। ਰੋਜ਼ ਹੀ ਇਸੇ ਤਰ੍ਹਾਂ ਹੀ ਜਿਹੜਾ ਸੀ ਉਹ ਕਾਰਜ ਚੱਲਣ ਲੱਗ ਪਿਆ।
ਇੱਕ ਦਿਨ ਕਹਿੰਦੇ ਹਨੇਰੀ ਤੇ ਮੀਂਹ ਬੜਾ ਆਇਆ, ਬੜੀ ਹਨੇਰੀ ਤੇ ਮੀਂਹ ਇੱਕਦਮ ਆਇਆ, ਤੇ ਇਹਨੇ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ ਸਤਿਗੁਰਾਂ ਦੇ ਹਜ਼ੂਰ ਕਿ ਮਹਾਰਾਜ ਮੈਂ ਖਿਚੜੀ ਤੇ ਦਹੀਂ ਲੈ ਕੇ ਆਉਣ ਲੱਗਾ ਤੇ ਕਿਰਪਾ ਕਰੋ ਮੀਂਹ ਹਨੇਰੀ ਹਟਾ ਦਿਓ। ਤੇ ਹੁਣ ਗੁਰੂ ਦਾ ਸਿੱਖ ਸੀ, ਸਤਿਗੁਰਾਂ ਨੇ ਅਰਦਾਸ ਸੁਣੀ ਤੇ ਮੀਂਹ ਹਨੇਰੀ ਹਟ ਗਿਆ, ਤੇ ਇਹ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚਿਆ। ਤੇ ਖਡੂਰ ਸਾਹਿਬ ਆਇਆ ਤੇ ਇਹਨੇ ਲੰਗਰ ਛਕਾਇਆ ਸਤਿਗੁਰਾਂ ਨੂੰ। ਤੇ ਸਤਿਗੁਰਾਂ ਨੂੰ ਫਿਰ ਇਹਨੇ ਕਿਹਾ ਵੀ ਸਤਿਗੁਰੂ ਮੈਂ ਨਾ ਤੁਹਾਡੇ ਹਜ਼ੂਰ ਅਰਦਾਸ ਕੀਤੀ ਸੀ ਅਕਾਲ ਪੁਰਖ ਦੇ ਹਜ਼ੂਰ ਕਿ ਜਿਹੜਾ ਹੈ ਨਾ ਮੀਂਹ ਹਟ ਜਾਵੇ ਤੇ ਮੈਂ ਜਿਹੜਾ ਆ ਉਹ ਪ੍ਰਸ਼ਾਦ ਪਾਣੀ ਲੈ ਕੇ ਪਹੁੰਚਾ, ਖਿਚੜੀ ਤੇ ਦਹੀਂ ਲੈ ਕੇ ਪਹੁੰਚਾ ਲੰਗਰ ਛਕ ਕੇ ਸੰਗਤ। ਤੇ ਸਤਿਗੁਰਾਂ ਨੇ ਕਿਹਾ, ਗੁਰੂ ਅੰਗਦ ਸਾਹਿਬ ਨੇ ਕਹਿੰਦੇ ਕਿ ਭਾਈ ਤੂੰ ਇੱਥੇ ਤੇ ਸਾਨੂੰ ਲੰਗਰ ਛਕਾ ਸਕਦਾ, ਇੱਥੇ ਤੇ ਅਸੀਂ ਛਕ ਲਿਆ, ਪਰ ਜਿੰਨੇ ਜੀਵ ਜੰਤੂ ਤੂੰ ਭੁੱਖੇ ਮਾਰੇ ਆ ਨਾ ਉਹਨਾਂ ਦਾ ਕੀ ਬਣੂ। ਹੈਰਾਨ ਹੋ ਗਿਆ ਭਾਈ ਜੀਵਾ, ਕਹਿੰਦਾ ਸਤਿਗੁਰੂ ਮੈਂ ਕਿਹੜੇ ਜੀਵ ਜੰਤੂ ਭੁੱਖੇ ਮਾਰਤੇ। ਕਹਿੰਦੇ ਤੂੰ ਪਰਮਾਤਮਾ ਦੇ ਹੁਕਮ ਦੇ ਵਿੱਚ ਵਿਘਨ ਪਾਇਆ, ਤੂੰ ਜਾਣਦਾ ਨਹੀਂ ਹੈ। ਕਹਿੰਦਾ ਸਤਿਗੁਰੂ ਮੈਂ ਕੀ ਵਿਘਨ ਪਾਤਾ, ਮੈਂ ਤੇ ਇੱਕ ਅਰਦਾਸ ਕੀਤੀ ਸੀ ਤੇ ਮੀਂਹ ਹਟ ਗਿਆ, ਇਹਦੇ ਨਾਲ ਕੀ ਹੋ ਗਿਆ। ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਨੇ ਕਿਹਾ ਇਹ ਤੂੰ ਬਹੁਤ ਹੀ ਜਿਹੜਾ ਹੈ ਕਾਰਜ ਚੰਗਾ ਨਹੀਂ ਕੀਤਾ, ਤੂੰ ਆਪਣੇ ਇੱਕ ਨਿਤ ਦੇ ਕਰਮ ਵਾਸਤੇ ਜਿਹੜਾ ਹੈ ਗੁਰੂ ਅੱਗੇ ਅਰਦਾਸ ਕੀਤੀ, ਪ੍ਰਮਾਤਮਾ ਅੱਗੇ ਅਰਦਾਸ ਕੀਤੀ, ਤੇਰੀ ਅਰਦਾਸ ਪ੍ਰਮਾਤਮਾ ਨੇ ਮੰਨ ਕੇ ਤੇ ਮੀਂਹ ਹਟਾ ਦਿੱਤਾ, ਝੱਖੜ ਹਟਾ ਦਿੱਤਾ। ਪਰ ਜਿਹੜੇ ਜੀਵ ਨਿਤ ਅਰਦਾਸਾਂ ਕਰਦੇ ਸੀ, ਜਿਨ੍ਹਾਂ ਨੂੰ ਜਲ ਪਾਣੀ ਇਸ ਝੱਖੜ ਦੇ ਨਾਲ ਇਸ ਮੀਂਹ ਦੇ ਨਾਲ ਪ੍ਰਾਪਤ ਹੋਣਾ ਸੀ, ਕਿੰਨੇ ਕੀੜੇ ਨਿੱਕੇ ਕਾਢੇ ਕੀੜੀਆਂ ਐਸੇ ਸਨ ਜਿਨ੍ਹਾਂ ਦੀਆਂ ਖੁੱਡਾਂ ਤੱਕ ਪਰਮੇਸ਼ਰ ਨੇ ਹਵਾ ਦੇ ਨਾਲ ਹੀ ਖਾਣਾ ਪਹੁੰਚਾਉਣਾ ਸੀ, ਦਾਣੇ ਪਹੁੰਚਾਉਣੇ ਸੀ, ਉਹਦੇ ਭੁੱਖੇ ਮਰ ਗਏ ਨਾ, ਉਹਨਾਂ ਨੂੰ ਤੇ ਤੂੰ ਭੁੱਖਾ ਮਾਰਤਾ ਨਾ। ਇਹਨੇ ਫਿਰ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਕਿਹਾ ਸਤਿਗੁਰੂ ਮੈਨੂੰ ਮਾਫ਼ ਕਰੋ, ਮੈਂ ਅੱਗੇ ਤੋਂ ਇਹੋ ਜਿਹੀ ਅਰਦਾਸ ਜਿਹੜੀ ਨਹੀਂ ਕਰਾਂਗਾ। ਫਿਰ ਸਤਿਗੁਰਾਂ ਨੇ ਕਿਹਾ ਚਲ ਠੀਕ ਹੈ ਭਾਈ ਅਸੀਂ ਤੇਰੀ ਅਰਦਾਸ ਮੰਨਦੇ ਹਾਂ, ਪਰ ਇੱਕ ਗੱਲ ਯਾਦ ਰੱਖੀ ਕਿ ਉਸ ਪਰਮੇਸ਼ਰ ਦੇ ਭਾਣੇ ਵਿੱਚ ਰਹੇਗਾ ਤੇ ਤੇਰਾ ਜੀਵਨ ਜਿਹੜਾ ਹੈ ਉਹ ਚੜ੍ਹਦੀ ਕਲਾ ਦੇ ਨਾਲ, ਤੈਨੂੰ ਮੁਕਤੀ ਵੀ ਪ੍ਰਾਪਤ ਹੋਏਗੀ ਤੇ ਚੜ੍ਹਦੀ ਕਲਾ ਵੀ ਪ੍ਰਾਪਤ ਹੋਏਗੀ। ਇਸ ਤਰ੍ਹਾਂ ਜਿਹੜਾ ਭਾਈ ਜੀਵੇ ਨੇ ਆਪਣਾ ਜੀਵਨ ਜਿਹੜਾ ਉਹ ਸੁਧਾਰਿਆ, ਇਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਚੰਗੇ ਗੁਣ ਧਾਰਨ ਕੀਤੇ। ਇਸ ਤੋਂ ਬਾਅਦ ਅਗਲੀ ਸਾਖੀ ਜਿਹੜੀ ਹੈ ਉਹ ਭਾਈ ਗੁੱਜਰ ਲੁਹਾਰ ਦੀ ਹੈ। ਇਹ ਵੀ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਆ ਕੇ ਮਿਲਿਆ ਹੈ ਤੇ ਆਣ ਕੇ ਅਰਦਾਸ ਕੀਤੀ ਹੈ। ਇਹ ਵੀ ਸਾਡੀ ਵੀ ਅਰਦਾਸ ਇਸ ਤਰ੍ਹਾਂ ਦੀ ਹੁੰਦੀ ਹੈ ਨਾ ਕਿ ਮੈਂ ਸਾਰਾ ਦਿਨ, ਇਹਨੇ ਕਿਹਾ ਕਿ ਮੈਂ ਸਾਰਾ ਦਿਨ ਕੰਮ 'ਚ ਲੱਗਾ ਰਹਿਣਾ ਤੇ ਮਹਾਰਾਜ ਮੇਰਾ ਉਧਾਰ ਕਿਵੇਂ ਹੋਵੇ। ਤੇ ਇਹੋ ਜਿਹੇ ਸਵਾਲ ਸਾਡੇ ਵੀ ਅੱਜ ਕੱਲ੍ਹ ਹੁੰਦੇ ਕਿ ਮੈਂ ਕੰਮ 'ਚ ਲੱਗਾ ਰਹਿਣਾ, ਮੈਂ ਕਿਹੜੇ ਵੇਲੇ ਮੇਰਾ ਉਧਾਰ ਹੋਵੇ। ਤੇ ਇਹਨੇ ਆਣ ਕੇ ਅਰਦਾਸ ਕੀਤੀ ਹੈ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਮੇਰਾ ਕਿਵੇਂ ਉਧਾਰ ਹੋਊਗਾ, ਮੈਂ ਤੇ ਕੰਮ ਦੇ ਵਿੱਚ ਲੱਗਾ ਰਹਿਣਾ ਸਾਰਾ ਦਿਨ, ਤੇ ਮੈਨੂੰ ਕੋਈ ਰਸਤਾ ਦੱਸੋ। ਤੇ ਸਤਿਗੁਰਾਂ ਨੇ ਬਚਨ ਕੀਤਾ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਨੇ, ਸਤਿਗੁਰੂ ਕਹਿੰਦੇ ਭਾਈ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਪੜ੍ਹਨਾ, ਤੇ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਤੇ ਜੇ ਕੋਈ ਗਰੀਬ ਆਵੇ ਨਾ ਤੇਰੀ ਦੁਕਾਨ ਦੇ ਉੱਤੇ, ਜਿਹੜਾ ਤੂੰ ਕੰਮ ਕਰਦਾ ਲੋਹਾਰ ਦਾ, ਤੇ ਉਹਦਾ ਗੁਰੂ ਦਾ ਜਾਣ ਕੇ ਸਿੱਖ ਭਾਵ ਗਰੀਬ ਜਾਣ ਕੇ ਉਹਦੀ ਸੇਵਾ ਕਰਨੀ ਹੈ, ਉਹਦਾ ਕੰਮ ਬਿਨਾਂ ਪੈਸੇ ਲਏ ਤੋਂ ਕਰ ਦੇਣਾ। ਜੇ ਕੋਈ ਗਰੀਬ ਲੋੜਵੰਦ ਆਵੇ ਤੇ ਉਹਦਾ ਜੇ ਇਸ ਤਰ੍ਹਾਂ ਕੰਮ ਕਰ ਦੇਗਾ ਹੋਵੇਗਾ ਤੇਰੀ ਕਲਿਆਣ ਵੀ ਹੋ ਜਾਏਗੀ। ਸਤਿਗੁਰਾਂ ਨੇ ਬਾਣੀ ਨਾਲ ਵੀ ਜੋੜਤਾ, ਦੇਖੋ ਅੰਮ੍ਰਿਤ ਵੇਲਾ ਵੀ ਬਖਸ਼ਿਸ਼ ਕਰਤਾ, ਜਪਜੀ ਸਾਹਿਬ ਦੇ ਪਾਠ ਦੇ ਨਾਲ ਵੀ ਜੋੜਤਾ, ਤੇ ਨਾਲ ਕਿਰਤ ਦੇ ਨਾਲ ਵੀ ਜੋੜਤਾ, ਤੇ ਨਾਲ ਵੰਡ ਛਕਣ ਦੇ ਨਾਲ ਵੀ ਜੋੜਤਾ। ਸਤਿਗੁਰ ਕਹਿੰਦੇ ਇਸ ਤਰ੍ਹਾਂ ਆਪਣਾ ਜੀਵਨ ਬਤੀਤ ਕਰੀ, ਜੇ ਤੇਰੇ ਕੋਲ ਕੋਈ ਆਵੇ, ਕੋਈ ਕਿਸੇ ਨੂੰ ਕੋਈ ਲੋੜਵੰਦ ਆਵੇ, ਉਹਦੀ ਇਸ ਤਰ੍ਹਾਂ ਆਪਣਾ ਜੀਵਨ ਦੇ ਵਿੱਚ ਜਿਹੜਾ ਆ ਉਹਨੂੰ ਗਾਂਹ ਕਰੀ, ਤੇ ਇਸ ਤਰ੍ਹਾਂ ਆਪਣਾ ਜੀਵਨ ਬਤੀਤ ਕਰੀ। ਤੇ ਇਸੇ ਤਰ੍ਹਾਂ ਭਾਈ ਲੁਹਾਰ ਨੇ, ਵਾਹਿਗੁਰੂ, ਹਾਂਜੀ ਭਾਈ ਗੁੱਜਰ ਲੁਹਾਰ ਨੇ ਜਿਹੜੀ ਆ ਉਹ ਬੇਨਤੀ ਕੀਤੀ ਹੈ। ਭਾਈ ਸਾਹਿਬ ਕਹਿੰਦੇ ਦੁਬਾਰਾ ਰਿਪੀਟ ਕਰ ਦਿਓ। ਭਾਈ ਗੁੱਜਰ ਲੁਹਾਰ ਨੇ ਬੇਨਤੀ ਕੀਤੀ ਹੈ ਕਿ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਮੈਂ ਸਾਰਾ ਦਿਨ ਜਿਹੜਾ ਹੈ ਨਾ ਕੰਮਕਾਰ ਕਰਦਾ ਰਹਿਣਾ ਹੈ ਤੇ ਮੇਰੇ ਕੋਲ ਜਿਹੜਾ ਸਮਾਂ ਨਹੀਂ ਹੁੰਦਾ, ਤੇ ਮੈਂ ਨਾਮ ਸਿਮਰਨ ਕਿਵੇਂ ਕਰਾਂ, ਕਿਵੇਂ ਮੇਰਾ ਉਧਾਰ ਹੋਵੇ। ਤੇ ਸਤਿਗੁਰਾਂ ਨੇ ਕਿਹਾ ਅੰਮ੍ਰਿਤ ਵੇਲੇ ਉੱਠਣਾ ਹੈ, ਜਪਜੀ ਸਾਹਿਬ ਦਾ ਪਾਠ ਕਰਨਾ ਹੈ, ਫਿਰ ਉਸ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਕਰਨ ਉਪਰੰਤ ਤੂੰ ਆਪਣੇ ਕਾਰ ਵਿਹਾਰ 'ਚ ਲੱਗ ਜਾਣਾ, ਤੇ ਉੱਥੇ ਬੈਠ ਕੇ ਜੇ ਕੋਈ ਤੇਰੇ ਕੋਲ ਆਵੇ, ਕੋਈ ਸਿੱਖ ਆਵੇ, ਕੋਈ ਵੀ ਆਵੇ, ਗਰੀਬ ਸਿੱਖ, ਗਰੀਬ ਕੋਈ ਵੀ ਆਵੇ, ਉਹਦੀ ਸੇਵਾ ਕਰ ਦੇਣੀ ਹੈ। ਕਿਵੇਂ ਕਰਨੀ ਹੈ, ਜੇ ਕੋਈ ਤੇਰੇ ਕੋਲ ਉਸ ਸਮੇਂ ਲੁਹਾਰਾਂ ਦਾ ਜਿਹੜਾ ਕੰਮ ਹੁੰਦਾ ਸੀ ਕਿ ਟੋਕੇ ਘੜਨੇ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕਾਰਜ ਕਰਨਾ, ਇਸ ਤਰ੍ਹਾਂ ਉਹਨਾਂ ਦਾ ਸਿੱਖ ਜਿਹੜਾ ਹੈ ਨਾ, ਤੂੰ ਕੋਈ ਗਰੀਬ ਆਵੇ ਉਹਦਾ ਬਿਨਾਂ ਪੈਸੇ ਲਏ ਤੋਂ ਕੰਮ ਕਰ ਦੇਣਾ। ਤੇ ਫਿਰ ਉਸ ਤੋਂ ਬਾਅਦ ਇੱਕ ਦਿਨ ਕੀ ਹੋਇਆ ਕਿ ਕੋਈ ਸਾਧ ਸਨ, ਉਹ ਸਾਧ ਜਿਹੜੇ ਸੀ ਉਹਨਾਂ ਨੂੰ ਨਾ ਕਿਸੇ ਨੇ ਝੂਠੀ ਤੌਹਮਤ ਲਾ ਕੇ ਤੇ ਉਹਨਾਂ ਨੂੰ ਜਿਹੜਾ ਹੈ ਰਾਜੇ ਕੋਲ ਬਣਵਾ ਦਿੱਤਾ। ਉਸ ਸਮੇਂ ਦਾ
ਕੋਈ ਰਾਜਾ ਸੀ ਉਹਨਾਂ ਦੇ ਰਾਜ ਦੇ ਵਿੱਚ, ਉਹਦੇ ਕੋਲ ਬਣਾ ਦਿੱਤਾ। ਉਹਨਾਂ ਦੇ ਸ਼ਿਕਾਇਤ ਲੱਗ ਗਈ ਤੇ ਉਹਨਾਂ ਨੂੰ ਫੜ ਲਿਆ, ਬੰਦੀ ਬਣਾਤਾ। ਤੇ ਜਦੋਂ ਬੰਦੀ ਬਣਾਇਆ ਤੇ ਉਹ ਰਾਤ ਬੰਦੀਖਾਨੇ ਦੇ ਵਿੱਚੋਂ ਭੱਜ ਗਏ। ਸਾਧ ਜਿਹੜੇ ਸਨ ਬੰਦੀਖਾਨੇ 'ਚ ਭੱਜ ਗਏ ਤੇ ਉਹਨਾਂ ਦੇ ਬੇੜੀਆਂ ਪਾਈਆਂ ਹੋਈਆਂ ਸਨ ਲੋਹੇ ਦੀਆਂ। ਤੇ ਚੱਲਦੇ ਚੱਲਦੇ ਆਉਂਦੇ ਲੁਹਾਰ ਗੁੱਜਰ ਦੇ ਕੋਲ ਆ ਗਏ ਤੇ ਗੁੱਜਰ ਕੋਲ ਆ ਕੇ ਉਹਨਾਂ ਨੇ ਕਿਹਾ ਹੈ ਕਿ ਭਾਈ ਗੁੱਜਰ, ਤੂੰ ਆਹ ਸਾਡੀਆਂ ਨਾ ਬੇੜੀਆਂ ਵੱਢ ਦੇ। ਸਾਡੇ ਜਿਹੜੇ ਆ ਨਾ ਆਹ ਹੱਥਾਂ ਨੂੰ ਬੇੜੀਆਂ ਲੱਗੀਆਂ ਹੋਈਆਂ, ਇਹ ਬੇੜੀਆਂ ਤੂੰ ਜਿਹੜੀਆਂ ਵੱਢ ਦੇ। ਤੇ ਭਾਈ ਗੁੱਜਰ ਨੇ ਕਿਹਾ ਠੀਕ ਹੈ ਜੀ, ਮੈਂ ਤੁਹਾਡੀਆਂ ਬੇੜੀਆਂ ਜਿਹੜੀਆਂ ਉਹ ਕੱਟ ਦਿੰਦਾ। ਭਾਈ ਗੁੱਜਰ ਨੇ ਉਸੇ ਵੇਲੇ ਜਿਹੜਾ ਹੈ ਇਹਨਾਂ ਦੀਆਂ ਸਿੱਖਾਂ ਦੀਆਂ ਵਾਹਿਗੁਰੂ ਇਹਨਾਂ ਸਾਧਾਂ ਦੀਆਂ ਜਿਹੜੇ ਸੰਤ ਸਨ, ਇਹਨਾਂ ਦੀਆਂ ਜਿਹੜੀਆਂ ਬੇੜੀਆਂ ਉਹ ਕੱਟ ਦਿੱਤੀਆਂ। ਤੇ ਕੱਟਣ ਤੋਂ ਬਾਅਦ ਉਹ ਸਾਧ ਜਿਹੜੇ ਉਹ ਚਲੇ ਗਏ। ਤੇ ਫਿਰ ਕਹਿੰਦੇ ਆ ਕਿ ਫਿਰ ਸਤਿਗੁਰਾਂ ਦੇ ਹਜ਼ੂਰ ਹਾਜ਼ਰ ਹੋਇਆ ਤੇ ਸਤਿਗੁਰਾਂ ਨੇ ਕਿਹਾ ਬਹੁਤ ਭਲਾ ਕੰਮ ਕੀਤਾ ਹੈ, ਤੂੰ ਇੱਕ ਨਿਰਦੋਸ਼ ਸਾਧੂਆਂ ਨੂੰ ਜਿਹੜਾ ਹੈ ਨਾ ਉਹਨਾਂ ਦੀਆਂ ਬੇੜੀਆਂ ਵੱਢ ਕੇ ਉਹਨਾਂ ਨੂੰ ਮੁਕਤ ਕੀਤਾ ਹੈ। ਜਾਂ ਅੱਜ ਤੋਂ ਗੁਰੂ ਨੇ ਤੇਰੀਆਂ ਬੇੜੀਆਂ ਵੱਢੀਆਂ, ਜਾਂ ਅੱਜ ਤੋਂ ਤੂੰ ਵੀ ਮੁਕਤ ਹੋਇਆ। ਇਸ ਤਰ੍ਹਾਂ ਜਿਹੜਾ ਗੁੱਜਰ ਲੁਹਾਰ ਜਿਹੜਾ ਉਹ ਵੀ ਮੁਕਤ ਹੋਇਆ, ਉਹਨੂੰ ਵੀ ਮੁਕਤੀ ਪ੍ਰਾਪਤ ਹੋਈ। ਫਿਰ ਉਸ ਤੋਂ ਬਾਅਦ ਆਖਰੀ ਸਾਖੀ ਜਿਹੜੀ ਹੈ ਇਸ ਜਿਹੜੀ ਵਾਰ ਦੀ ਪੌੜੀ 14ਵੀਂ ਪੌੜੀ ਦੀ ਆਖਰੀ ਸਾਖੀ ਹੈ ਨਾਈ ਢਿੰਗ। ਇਹ ਨਾਈ ਢਿੰਗ ਗੰਗਾ ਸ਼ਬਦ ਹੈ, ਢਿੰਗ ਪੜਨਾ ਇਹਨੂੰ। ਇਹ ਨਾਈ ਢਿੰਗ ਵੀ ਸਤਿਗੁਰਾਂ ਦੇ ਕੋਲ ਬੜੀ ਸੇਵਾ ਕਰਿਆ ਕਰਦਾ ਹੈ, ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਸਾਹਿਬ ਜੀ ਦੀ। ਜਿਹੜਾ ਵੀ ਸਿੱਖ ਆਉਂਦਾ ਉਹਨੂੰ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਂਦਾ ਹੈ ਤੇ ਸਿੱਖਾਂ ਦੀ ਜਿਹੜੀ ਹੈ ਚਾਂਪੀ ਕਰਦਾ ਹੈ, ਪੈਰ ਘੁੱਟਦਾ ਹੈ ਤੇ ਪ੍ਰਸ਼ਾਦਾ ਪਾਣੀ ਛਕਾਉਂਦਾ ਹੈ। ਬੜੀ ਸੇਵਾ ਕਰਦਾ ਹੈ ਸਿੱਖਾਂ ਦੀ ਤੇ ਸਤਿਗੁਰਾਂ ਦੀ ਵੀ ਬੜੀ ਸੇਵਾ ਕਰਦਾ ਹੈ ਗੁਰੂ ਅੰਗਦ ਸਾਹਿਬ ਜੀ ਦੀ। ਇੱਕ ਦਿਨ ਇਹਨੇ ਸਤਿਗੁਰਾਂ ਦੇ ਕੋਲ ਆ ਕੇ ਨਾ ਨਾਈ ਢਿੰਗ ਨੇ ਅਰਦਾਸ ਕੀਤੀ ਹੈ ਕਿ ਸਤਿਗੁਰੂ ਮੈਨੂੰ ਕੋਈ ਉਪਦੇਸ਼ ਬਖਸ਼ਿਸ਼ ਕਰੋ। ਤੇ ਸਤਿਗੁਰਾਂ ਨੇ ਬਚਨ ਕੀਤਾ ਹੈ। ਸਤਿਗੁਰਾਂ ਨੇ ਕਿਹਾ ਕਿ ਗੁਰੂ ਜਿਹੜਾ ਹੈ ਨਾ ਉਹ ਮੜੀ ਹੈ, ਵਾਹਿਗੁਰੂ ਕਬਰ ਹੈ, ਤੇ ਜਿਹੜਾ ਸਿੱਖ ਹੁੰਦਾ ਉਹ ਮੁਰਦਾ ਹੁੰਦਾ ਹੈ। ਗੁਰੂ ਕਬਰ ਹੈ ਤੇ ਸਿੱਖ ਜਿਹੜਾ ਉਹ ਮੁਰਦਾ ਹੈ। ਤੇ ਜਿਹੜਾ ਕਬਰ ਰੂਪੀ ਗੁਰੂ ਦੇ ਵਿੱਚ ਪੈ ਜਾਂਦਾ ਹੈ ਤੇ ਉਹਨੂੰ ਕਬਰ ਆਪਣਾ ਰੂਪ ਹੀ ਕਰ ਲੈਂਦੀ ਹੈ। ਕੋਈ ਮੁਰਦਾ ਮਰ ਜਾਵੇ ਤੇ ਉਹਨੂੰ ਜਦੋਂ ਕਬਰ ਦੇ ਵਿੱਚ ਦਫਨਾ ਦੇਈਦਾ ਤੇ ਉਹ ਸਾਰਾ ਜਿੰਨਾ ਵੀ ਉਹ ਮੁਰਦਾ ਹੁੰਦਾ ਗਲ ਕੇ ਸਾਰਾ ਕੁਝ ਹੋ ਕੇ ਮਿੱਟੀ ਦਾ ਰੂਪ ਹੋ ਜਾਂਦਾ ਹੈ, ਕਬਰ ਦਾ ਰੂਪ ਹੀ ਹੋ ਜਾਂਦਾ ਹੈ। ਤੇ ਸਤਿਗੁਰਾਂ ਨੇ ਇਹਨੂੰ ਕਿਹਾ ਕਿ ਭਾਈ ਸਿੱਖਾ, ਜਿਹੜਾ ਗੁਰੂ ਹੈ ਨਾ, ਗੁਰੂ ਜਿਹੜਾ ਉਹ ਕਬਰ ਦੀ ਤਰ੍ਹਾਂ ਹੈ, ਗੌਰ ਦੀ ਤਰ੍ਹਾਂ। ਤੇ ਜਿਹੜਾ ਸਿੱਖ ਹੁੰਦਾ ਹੈ ਉਹ ਹੈ ਵਾਹਿਗੁਰੂ, ਉਹ ਹੈ ਮੁਰਦਾ। ਤੇ ਕਿਉਂਕਿ ਜਿਹੜਾ ਮ੍ਰਿਤਕ ਹੁੰਦਾ ਕੋਈ ਅੰਗ ਨਹੀਂ ਹਿਲਾਉਂਦਾ, ਪਰ ਗੁਰੂ ਜਿਹੜਾ ਆ ਜਦੋਂ ਉਹਦੇ ਤੇ ਕਿਰਪਾ ਕਰਦਾ ਹੈ ਉਹ ਆਪਣਾ ਰੂਪ ਹੀ ਕਰ ਲੈਂਦਾ ਹੈ। ਇਸ ਕਰਕੇ ਤੂੰ ਕੀ ਕਰਨਾ ਹੈ ਭਾਈ, ਆਪਣੇ ਮਨ ਚੋਂ ਹੰਕਾਰ ਦੂਰ ਕਰਨਾ ਹੈ। ਨਾਈ ਢਿੰਗ ਨੂੰ ਕਿਹਾ ਕਿ ਆਪਣੇ ਮਨ ਚੋਂ ਹੰਕਾਰ ਦੂਰ ਕਰਨਾ ਹੈ ਤੇ ਸਿੱਖ ਗੁਰੂਆਂ ਦੇ ਗਿਆਨ ਦੇ ਵਿੱਚ ਸਮਾਉਣਾ ਹੈ। ਗੁਰੂ ਦੇ ਗਿਆਨ ਨੂੰ ਆਪਣੇ ਜੀਵਨ 'ਚ ਧਾਰਨ ਕਰਨਾ ਹੈ, ਗੁਰੂ ਦੇ ਗਿਆਨ ਨੂੰ ਕਮਾਉਣਾ ਹੈ। ਜਿਵੇਂ ਗੌਰ ਆਪਣੇ ਵਰਗਾ ਬਣਾ ਲੈਂਦੀ ਹੈ ਮੁਰਦੇ ਨੂੰ, ਉਸੇ ਤਰ੍ਹਾਂ ਗੁਰੂ ਤੈਨੂੰ ਆਪਣੇ ਵਰਗਾ ਬਣਾ ਲਏਗਾ। ਤੇ ਫਿਰ ਸਤਿਗੁਰਾਂ ਨੇ ਕਿਹਾ ਦੇਖ ਤੇਰੇ ਵਰਗਾ ਸੀ ਸੈਣ ਨਾਈ। ਸੈਣ ਨਾਈ ਨੇ ਵੀ ਦੇਖ ਸਾਧਾਂ ਦੀ ਟਹਿਲ ਕੀਤੀ, ਸੇਵਾ ਕੀਤੀ ਤੇ ਭਗਵਾਨ ਦਾ ਰੂਪ ਧਾਰ ਕੇ ਜਿਹੜਾ ਸੀ ਉਹਨੇ, ਭਗਵਾਨ ਨੇ ਜਿਹੜਾ ਸੈਣ ਨਾਈ ਦਾ ਰੂਪ ਧਾਰ ਕੇ ਰਾਜੇ ਦੀ ਜਾ ਕੇ ਸੇਵਾ ਕੀਤੀ ਤੇ ਇਸ ਤਰ੍ਹਾਂ ਉਹਦਾ ਵੀ ਕਲਿਆਣ ਹੋਇਆ। ਇਹ ਸਾਖੀ ਸਾਧ ਸੰਗਤ ਏਦਾਂ ਹੈ। ਇਹ ਸੈਣ ਨਾਈ ਜਿਹੜਾ ਸੀ ਸਤਿਗੁਰਾਂ ਦੀ ਬਾਣੀ ਵੀ ਹੈ, ਗੁਰਬਾਣੀ ਵੀ ਹੈ ਇਹਨਾਂ ਦੀ। ਸੈਣ ਨਾਈ ਭਗਤ ਹੋਏ ਨੇ, ਇਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸੋ ਇਹਨਾਂ ਨੇ ਆ ਕੇ ਵਾਹਿਗੁਰੂ ਇਹਨੇ ਨਾ ਬੜੀ ਟਹਿਲ ਸੇਵਾ ਕੀਤੀ ਸਾਧਾਂ ਦੀ। ਤੇ ਟਹਿਲ ਸੇਵਾ ਕਰਦੇ ਤੇ ਇਹਨਾਂ ਨੂੰ ਭੁੱਲ ਹੀ ਗਿਆ ਕਿ ਮੈਂ ਤੇ ਨੌਕਰੀ ਕਰਦਾ ਰਾਜੇ ਦੀ। ਤੇ ਜਦੋਂ ਇਹ ਗੱਲ ਭੁੱਲ ਗਈ ਕਿ ਰਾਜੇ ਦੀ ਮੈਂ ਨੌਕਰੀ ਕਰਦਾ, ਤੇ ਇਹਨੇ ਕੀ ਕੀਤਾ, ਨਾਈ ਨੇ ਇਹ ਸੇਵਾ 'ਚ ਲੱਗਾ ਰਿਹਾ ਤੇ ਇੱਧਰ ਪਰਮੇਸ਼ਰ ਨੇ ਜਿਹੜਾ ਹੈ ਨਾ ਇਹਦਾ ਰੂਪ ਬਣਾ ਕੇ, ਨਾਈ ਦਾ ਜਿਹੜਾ ਸੈਣ ਨਾਈ ਹੈ ਇਹਦਾ ਰੂਪ ਬਣਾ ਕੇ ਤੇ ਉਹ ਜਿਹੜਾ ਰਾਜਾ ਸੀ ਉਹਦੀ ਜਾ ਕੇ ਟਹਿਲ ਸੇਵਾ ਕੀਤੀ। ਜਦੋਂ ਸੇਵਾ ਕੀਤੀ ਤੇ ਅਗਲੇ ਦਿਨ ਸੈਣ ਨਾਈ ਨੂੰ ਪਤਾ ਲੱਗਾ ਕਿ ਯਾਰ ਮੈਂ ਤੇ ਸੇਵਾ ਕਰਦਾ ਸੀ ਰਾਜੇ ਦੀ, ਮੈਂ ਤੇ ਕੱਲ ਗਿਆ ਹੀ ਨਾ, ਇਹ ਨਾ ਹੋਵੇ ਕਿ ਮੈਨੂੰ ਤੇ ਦੌਕੇ ਪੈਣਗੇ, ਜਾ ਕੇ ਮੈਨੂੰ ਤੇ ਨੌਕਰੀਆਂ ਕੱਢ ਦੇਣਾ। ਤੇ ਜਦੋਂ ਸੈਣ ਨਾਈ ਪਹੁੰਚਿਆ ਰਾਜੇ ਦੇ ਦਰਬਾਰ ਦੇ ਵਿੱਚ ਤੇ ਰਾਜੇ ਨੇ ਕਿਹਾ ਵੀ ਆਪ ਹੀ ਕੀ ਹਾਲ ਤੇਰਾ। ਤੇ ਇਹ ਕਹਿੰਦਾ ਰਾਜਨ ਬੜੇ ਖੁਸ਼ ਹੋ। ਕਹਿੰਦੇ ਹਾਂ ਖੁਸ਼ ਤੇ ਹੋਣਾ ਹੀ ਆ, ਤੂੰ ਤੇ ਸਾਡੀ ਟਹਿਲ ਸੇਵਾ ਕੱਲ ਬੜੀ ਵਧੀਆ ਕੀਤੀ। ਜਿਹੋ ਜੀ ਸੇਵਾ ਤੂੰ ਕੱਲ ਕੀਤੀ ਹੈ ਨਾ ਸਾਡੀ, ਉਹੋ ਜੀ ਸੇਵਾ ਅੱਜ ਤੱਕ ਤੂੰ ਕਦੀ ਕੀਤੀ ਹੋ ਨਹੀਂ। ਐਡੀ ਵਧੀਆ ਤਰੀਕੇ ਦੇ ਨਾਲ ਤੂੰ ਸਾਡੀ ਸੇਵਾ ਕੀਤੀ ਹੈ। ਰਾਜਾ ਬੜਾ ਖੁਸ਼ ਹੋਇਆ। ਤੇ ਉਸ ਸਮੇਂ ਫਿਰ ਜਿਹੜਾ ਇਹ ਸੈਣ ਨਾਈ ਸੀ ਇਹਨੇ ਕਿਹਾ ਜਿਸ ਅਕਾਲ ਪੁਰਖ ਨੇ ਮੇਰੀ ਜਗ੍ਹਾ ਦੇ ਉੱਤੇ ਸੇਵਾ ਕੀਤੀ ਆ,
ਅੱਜ ਤੋਂ ਗਾ ਮੈਂ ਉਹਨੂੰ ਜਪਾਂਗਾ ਤੇ ਉਹਦੀ ਸੇਵਾ ਕਰਾਂਗਾ। ਸੋ ਇਸ ਤਰ੍ਹਾਂ ਜਿਹੜਾ ਹੈ ਉਹਨੇ ਜਿਹੜੀ ਸੇਵਾ ਕੀਤੀ। ਸੋ ਇਹ ਜਿਹੜੀ ਗੱਲ ਇਸ ਸੈਣ ਨਾਈ ਨੂੰ, ਵਾਹਿਗੁਰੂ ਇਹ ਢਿੰਗ ਨਾਈ ਨੂੰ ਸਤਿਗੁਰੂ ਗੁਰੂ ਅੰਗਦ ਸਾਹਿਬ ਨੇ ਕਹੀ ਕਿ ਭਾਈ ਜਿਹੜਾ ਗੁਰੂ ਹੈ ਉਹ ਇੱਕ ਮੜੀ ਕਬਰ ਦੀ ਤਰ੍ਹਾਂ ਹੈ, ਤੇ ਜਿਹੜਾ ਸਿੱਖ ਹੈ ਉਹ ਇੱਕ ਮੁਰਦੇ ਦੀ ਤਰ੍ਹਾਂ ਹੈ। ਤੇ ਜਿਵੇਂ ਗੋਰ ਮੜੀ ਹੁੰਦੀ ਆ ਉਹ ਆਪਣੇ ਵਰਗਾ ਬਣਾ ਲੈਂਦੀ ਮੁਰਦੇ ਨੂੰ, ਇਸੇ ਤਰ੍ਹਾਂ ਗੁਰੂ ਜਿਹੜਾ ਹੈ ਉਹ ਸਿੱਖ ਨੂੰ ਆਪਣੇ ਤਰ੍ਹਾਂ ਦਾ ਬਣਾ ਲੈਂਦਾ ਹੈ। ਇੱਕ ਕਵਿਤ ਬੜਾ ਸੁੰਦਰ ਯਾਦ ਆ ਗਿਆ, ਭਾਈ ਗੁਰਦਾਸ ਜੀ ਦਾ ਕਵਿਤ ਹੈ। ਉਹਨਾਂ ਨੇ ਵੀ ਲਿਖਿਆ, ਜਿਵੇਂ ਤੁਸੀਂ ਦਰਬਾਰ ਸਾਹਿਬ ਵੀ ਕਿਤੇ ਪੜ੍ਹਿਆ ਹੋਏਗਾ, ਜਾਂ ਹੋਰ ਕਈ ਧਾਰਮਿਕ ਸਥਾਨਾਂ ਦੇ ਉੱਤੇ ਬੋਰਡ ਲੱਗਾ ਹੁੰਦਾ ਹੈ ਪਿੰਗਲਵਾੜੇ ਵੱਲੋਂ, ਉੱਤੇ ਲਿਖਿਆ ਹੁੰਦੀ ਹੈ ਇਹਨਾਂ ਦੀ ਕਵਿਤੇ ਲਿਖਿਆ ਹੁੰਦਾ, ਵਾਹਿਗੁਰੂ ਵਾਰ ਲਿਖੀ ਹੁੰਦੀ ਆ। ਤੀਸਰੀ ਵਾਰ ਦੀ ਇਹ ਪੌੜੀ ਹੈ, ਤੇ ਉਹ ਵਾਰ ਦੇ ਬੋਲ ਹਨ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੌਵਣਾ, ਪੀਹਨ ਹੋਏ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਣ ਹੋਏ ਜਹੀਦ ਪਾਣੀ ਢੋਵਣਾ, ਪੱਖੇ ਦੀ ਤਾਕੀਦ ਪੱਗ ਲੱਗ ਖੋਵਣਾ, ਸੇਵਕ ਹੋਏ ਸੰਜੀਤ ਨਾ ਹੱਸਣ ਰੋਵਣਾ, ਦਰ ਦਰ ਵੇਸ ਰਸੀਦ ਪਿਰਮ ਰਸ ਭੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਇਹਦੇ ਵਿੱਚ ਵੀ ਸਾਰਾ ਕਿ ਸਿੱਖ ਦਾ ਜੀਵਨ ਕਿਵੇਂ ਦਾ ਹੋਣਾ ਚਾਹੀਦਾ, ਉਹਦਾ ਸਾਬਰ ਸਿਦਕ ਉਹਨੂੰ ਰੱਖਣਾ ਚਾਹੀਦਾ, ਸਬਰ ਚ ਰਵੇ, ਸਿਦਕ ਚ ਰਵੇ, ਇੱਕ ਗੋਲੇ ਦੀ ਤਰ੍ਹਾਂ ਕੰਮ ਕਰੇ ਗੁਰੂ ਘਰ ਆ ਕੇ, ਤੇ ਮੁਰਦੇ ਦੀ ਤਰ੍ਹਾਂ ਰਵੇ, ਤੇ ਫਿਰ ਉਹਦਾ ਕਲਿਆਣ ਹੈ। ਸੋ ਇਸ ਤਰ੍ਹਾਂ ਇਹ ਜਿਹੜਾ ਹੈ ਉਪਦੇਸ਼ ਬਖਸ਼ਿਸ਼ ਕੀਤਾ ਗੁਰੂ ਅੰਗਦ ਸਾਹਿਬ ਨੇ ਨਾਈ ਢਿੰਗ ਨੂੰ, ਇਹਦਾ ਵੀ ਫਿਰ ਬਹੁਤ ਕਲਿਆਣ ਹੋਇਆ। ਸਤਿਗੁਰਾਂ ਨੇ ਇਹਦੇ ਵੀ ਜੀਵਨ ਦੇ ਵਿੱਚ ਮੁਕਤੀ ਜਿਹੜੀ ਉਹ ਦਿੱਤੀ। ਸੋ ਇਸ ਤਰ੍ਹਾਂ ਇਹਨਾਂ ਸਿੱਖਾਂ ਨੇ, ਜੋ 14ਵੀਂ ਪੌੜੀ ਦੇ ਸਿੱਖ ਹਨ, ਜਿਨ੍ਹਾਂ ਦੀ ਆਪਾਂ ਵਿਚਾਰ ਚਰਚਾ ਕੀਤੀ ਹੈ, ਮੈਂ ਇੱਕ ਵਾਰੀ ਪੌੜੀ ਆਪ ਜੀ ਦੇ ਨਾਲ ਸਾਹਮਣੇ ਰੱਖ ਕੇ ਫਿਰ ਆਪਾਂ ਜਿਹੜੇ ਥੋੜੇ ਜਿਹੇ ਅੱਖਰੀ ਅਰਥ ਕਰਕੇ, ਤਾਂ ਕਿ ਰਿਪੀਟ ਹੋ ਜਾਵੇ ਗੱਲ, ਤੇ ਫਿਰ ਆਪਾਂ ਸਮਾਪਤੀ ਵੱਲ ਵਧੀਏ। ਵਾਹਿਗੁਰੂ। ਹਾਂਜੀ। ਭਗਤ ਜੋ ਭਗਤਾ ਉਹਰੀ ਜਾਪੂ ਵੰਸੀ ਸੇਵ ਕਮਾਵੇ। ਇਹ ਦੋ ਸਿੱਖ ਸਨ, ਸਤਿਗੁਰਾਂ ਦੇ ਹਜ਼ੂਰ ਆਏ, ਸਤਿਗੁਰਾਂ ਨੇ ਉਪਦੇਸ਼ ਇਹਨਾਂ ਨੂੰ ਦਿੱਤਾ। ਸਿੰਘਾਂ ਉੱਪਲ ਤੇ ਗੱਜਣ ਉੱਪਲ ਇਹ ਦੋਵੇਂ ਆਏ ਆ। ਜਾਪੂ ਵੰਸੀ ਤੇ ਭਗਤੇ ਹੋਰੀ ਨੇ ਕਿਹਾ ਅਸੀਂ ਅਨਪੜ੍ਹ ਹਾਂ, ਸਾਡਾ ਕਿਵੇਂ ਕਲਿਆਣ ਹੋਵੇ। ਸਤਿਗੁਰਾਂ ਨੇ ਕਿਹਾ ਕਿ ਸੇਵਾ ਕਰਿਆ ਕਰੋ ਤੇ ਨਾਮ ਬਾਣੀ ਸੁਣਿਆ ਕਰੋ, ਤੁਹਾਡਾ ਕਲਿਆਣ ਹੋਵੇਗਾ। ਸਿੰਘਾਂ ਉੱਪਲ ਗੱਜਣ ਉੱਪਲ ਸਤਿਗੁਰਾਂ ਦੇ ਕੋਲ ਆਏ ਆ, ਇਹਨਾਂ ਨੂੰ ਵੀ ਸਤਿਗੁਰਾਂ ਨੇ ਇਹੀ ਉਪਦੇਸ਼ ਦਿੱਤਾ ਹੈ ਕਿ ਭਾਈ ਆਏ ਗਏ ਦੀ ਟਹਿਲ ਸੇਵਾ ਕਰਨੀ ਹੈ, ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ, ਕਲਿਆਣ ਹੋਵੇਗਾ, ਸਤ ਸੰਗਤ ਨਹੀਂ ਛੱਡਣੀ। ਫਿਰ ਗੱਜਣ ਜਿਹੜਾ ਹੈ ਉਹ ਕਥਾ ਸੁਣਾਉਂਦਾ ਹੈ, ਤੇ ਸਿੰਘਾਂ ਜਿਹੜਾ ਹੈ ਉਹ ਕਥਾ ਸੁਣਦਾ ਹੈ ਬੈਠ ਕੇ। ਫਿਰ ਆਪ ਜੀ ਨੇ ਸਰਵਣ ਕੀਤਾ ਸੀ ਕਿ ਕਿਵੇਂ ਇਹਦੀ ਪੁੱਤਰੀ ਦਾ ਵਿਆਹ ਸੀ, ਤੇ ਉਸ ਸਮੇਂ ਫਿਰ ਸਿੱਖ ਆ ਗਏ ਤੇ ਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ, ਤੇ ਪਰ ਬਾਅਦ ਵਿੱਚ ਸਤਿਗੁਰਾਂ ਨੇ ਇਹਦੀ ਪੈਜ ਰੱਖੀ। ਫਿਰ ਮਲਸੀਹਾਂ ਪਿੰਡ ਦਾ ਰਹਿਣ ਵਾਲਾ ਚੌਧਰੀ ਭਾਈ ਭਗੀਰਥ ਪਹਿਲੋਂ ਕਾਲੀ ਦੇ ਗੁਣ ਗਾਉਂਦਾ ਸੀ, ਮਾਤਾ ਕਾਲੀ ਨੂੰ ਮੰਨਦਾ ਸੀ, ਪਰ ਬਾਅਦ ਵਿੱਚ ਸਤਿਗੁਰਾਂ ਦਾ ਸਿੱਖ ਹੋਇਆ, ਜਿਹਦੇ ਤੋਂ ਭਾਈ ਮਨਸੁਖ ਸਿੱਖ ਹੋਇਆ, ਤੇ ਮਨਸੁਖ ਤੋਂ ਬਾਅਦ ਜਿਹੜਾ ਸੀ ਸ੍ਰੀ ਲੰਕਾ ਦਾ ਰਾਜਾ ਸ਼ਿਵਨਾਭ ਸਿੱਖ ਹੋਇਆ। ਫਿਰ ਜਿੱਤਾ ਰੰਧਾਵਾ, ਜਿਨ੍ਹਾਂ ਦੀ ਅੱਜ ਆਪਾਂ ਚਰਚਾ ਕੀਤੀ ਹੈ, 8 ਤਰ੍ਹਾਂ ਦਾ ਜਿਹੜਾ ਸਤਿਗੁਰਾਂ ਨੇ ਇਹਨੂੰ ਭਗਤੀ ਯੋਗ ਦ੍ਰਿੜ ਕਰਵਾਇਆ। ਤੇ ਫਿਰ ਉਸ ਤੋਂ ਬਾਅਦ ਭਾਈ ਬੂੜਾ ਬਾਬਾ ਬੁੱਢਾ ਜੀ, ਜਿਨ੍ਹਾਂ ਨੂੰ ਆਪ ਜਿਹੜੀ ਸ਼ਖਸੀਅਤ ਨੂੰ ਆਪ ਚੰਗੀ ਤਰ੍ਹਾਂ ਜਾਣਦੇ ਹੋ, ਜਿਨ੍ਹਾਂ ਨੇ 6 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ, ਤੇ ਇਹਨਾਂ ਨੇ ਮਨ ਨੀਵਾਂ ਰੱਖ ਕੇ ਸਤਿਗੁਰਾਂ ਦੀ ਸੇਵਾ ਕੀਤੀ। ਤੇ ਫਿਰ ਉਸ ਤੋਂ ਬਾਅਦ ਫਿਰਨਾ, ਖਹਿਰਾ, ਜੋਧ, ਇਹ ਦੋਵੇਂ ਸਿੱਖ, ਤੇ ਇਹਨਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਧਾਰਨ ਕੀਤੀ, ਤੇ ਭਾਈ ਜੋਧ ਕੋਲੋਂ ਬਾਣੀ ਸੁਣ ਕੇ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ। ਤੇ ਫਿਰ ਭਾਈ ਜੀਵਾਈ, ਭਾਈ ਜੀਵਾ, ਇਹਨੇ ਸਤਿਗੁਰਾਂ ਦੀ ਸੇਵਾ ਕੀਤੀ। ਆਪ ਜੀ ਨੇ ਹੁਣੇ ਸਾਖੀ ਸਰਵਣ ਕੀਤੀ ਹੈ ਕਿ ਕਿਵੇਂ ਇਹਨੇ ਸਤਿਗੁਰਾਂ ਦੀ ਟਹਿਲ ਕਮਾਈ, ਕਿਵੇਂ ਸੇਵਾ ਕੀਤੀ, ਕਿਵੇਂ ਇਹ ਖਿਚੜੀ ਲੈ ਕੇ ਤੇ ਦਹੀਂ ਲੈ ਕੇ ਆਉਂਦਾ ਸੀ, ਤੇ ਸਤਿਗੁਰਾਂ ਨੇ ਫਿਰ ਇਹਨੂੰ ਬਖਸ਼ਿਸ਼ ਕੀਤੀ ਕਿ ਭਾਈ ਉਹਦਾ ਹੁਕਮ ਦੇ ਵਿੱਚ ਰਿਹਾ ਕਰ, ਭਾਣੇ ਦੇ ਵਿੱਚ ਰਿਹਾ ਕਰ, ਇਸ ਤਰ੍ਹਾਂ ਦੀ ਅੱਗੇ ਤੋਂ ਅਰਦਾਸ ਨਹੀਂ ਕਰਨੀ। ਫਿਰ ਉਸ ਤੋਂ ਬਾਅਦ ਜਿਹੜਾ ਗੁੱਜਰ ਜਾਤ ਦਾ ਲੁਹਾਰ ਸੀ, ਇਹਨੂੰ ਵੀ ਸਤਿਗੁਰਾਂ ਨੇ ਕਿਹਾ ਕਿ ਬਾਣੀ ਪੜ੍ਹਿਆ ਕਰ, ਤੇ ਆਏ ਗਏ ਦੀ ਟਹਿਲ ਸੇਵਾ ਕਰਿਆ ਕਰ। ਦੁਕਾਨ ਦੇ ਉੱਤੇ ਜੇ ਕੋਈ ਗਰੀਬ ਆਉਂਦਾ, ਉਹਦੇ ਉਸੇ ਤਰ੍ਹਾਂ ਹੀ ਉਹਦੀ ਸੇਵਾ ਕਰ ਦੇਣੀ, ਉਹਦੇ ਕੋਈ ਪੈਸਾ ਨਹੀਂ ਲੈਣਾ। ਤੇ ਇਹਨੇ ਫਿਰ ਸਾਧਾਂ ਦੀ ਸੇਵਾ ਕੀਤੀ, ਉਹਨਾਂ ਦੀਆਂ ਬੇੜੀਆਂ ਕੱਟੀਆਂ, ਤੇ ਸਤਿਗੁਰਾਂ ਨੇ ਕਿਹਾ ਜਾ ਤੇਰਾ ਜਨਮ ਮਰਨ ਵੀ ਕੱਟਿਆ। ਫਿਰ ਉਸ ਤੋਂ ਬਾਅਦ ਨਾਈ ਢਿੰਗ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਕਿ ਭਾਈ ਇਸੇ ਤਰ੍ਹਾਂ ਟਹਿਲ ਸੇਵਾ ਕਰਦਾ ਰਹਿ ਸਿੱਖਾਂ ਦੀ, ਤੇ ਆਪਣੇ ਜੀਵਨ ਦੇ ਵਿੱਚ ਗੁਰੂ ਗੁਰੂ ਕਰ, ਤੇ ਤੇਰਾ ਵੀ ਕੁਟੰਬ ਤਰ ਜਾਵੇਗਾ। ਇਹਨੇ ਵੀ ਆਪਣੀ ਕਲਿਆਣ ਜਿਹੜੀ ਉਹ ਕਰਵਾਈ, ਤੇ ਇਹਨੂੰ ਸਤਿਗੁਰਾਂ ਨੇ ਕਿਹਾ ਸੀ ਕਿ ਮੁਰਦਾ ਜਿਹੜਾ ਹੈ ਉਸ ਤਰ੍ਹਾਂ ਰਹਿ, ਸਤਿਗੁਰਾਂ ਦੇ ਕੋਲ ਹੰਕਾਰ ਨਹੀਂ ਚੱਲਦਾ, ਮੁਰਦਿਆਂ ਵਾਂਗੂ ਰਹੇਗਾ, ਤੇ ਗੁਰੂ ਤੈਨੂੰ ਜਿਹੜਾ ਹੈ ਉਹ
ਕਬਰ ਦੀ ਤਰ੍ਹਾਂ ਆਪਣੇ ਵਰਗਾ ਬਣਾ ਲਏਗਾ, ਤੇਰਾ ਜੀਵਨ ਦਾ ਕਲਿਆਣ ਹੋਵੇਗਾ। ਗੁਰਮੁਖ ਸੁਖ ਫਲ ਅਲੱਖ ਲਖਾਵੇ। ਇਸ ਤਰ੍ਹਾਂ ਜਿਹੜੇ ਗੁਰਮੁਖ ਹੁੰਦੇ ਆ ਉਹ ਸੁਖ ਫਲ ਦੀ ਪ੍ਰਾਪਤੀ ਕਰਕੇ ਅਲੱਖ ਨੂੰ ਲੱਖ ਲੈਂਦੇ ਆ, ਅਲੱਖ ਨੂੰ ਜਾਣ ਲੈਂਦੇ ਆ, ਅਲੱਖ ਪਰਮੇਸ਼ਰ ਨੂੰ ਜਿਹੜਾ ਆ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰ ਲੈਂਦੇ ਆ। ਸੋ ਇਹ ਅਸੀਂ 14ਵੀਂ ਪੌੜੀ ਦੇ ਸਿੱਖ ਆਪਾਂ ਵਿਚਾਰੇ ਆ। ਸੋ ਇੰਨੀਆਂ ਆਪ ਜੀ ਨੇ ਬੇਨਤੀਆਂ ਪ੍ਰਵਾਨ ਕਰਨੀਆਂ, ਤੇ ਜੇ ਆਪ ਜੀ ਨੇ ਕੁਛ ਪੁੱਛਣਾ ਹੈ ਤੇ ਆਪਣਾ ਮਾਈਕ ਔਨ ਕਰਕੇ ਆਪ ਜੀ ਪੁੱਛ ਸਕਦੇ ਹੋ, ਫਿਰ ਆਪਾਂ ਸਮਾਪਤੀ ਵੱਲ ਵਧੀਏ। ਹਾਂਜੀ, ਗੁਰਪ੍ਰਤਾਪ ਸਿੰਘ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕੁਐਸਚਨ ਮੇਰਾ ਇਹ ਹੈ ਕਿ ਬਾਬਾ ਬੁੱਢਾ ਜੀ ਦੀ ਸਾਖੀ ਤੁਸੀਂ ਸੁਣਾਈ, ਜਦੋਂ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਨਾਮ ਦਿੰਦੇ ਬਾਬਾ ਬੁੱਢਾ ਜੀ, ਤੇ ਕਈ ਪਹਿਲੋਂ ਵੀ ਅਸੀਂ ਬਾਬਾ ਬੁੱਢਾ ਜੀ ਦੀ ਸਾਖੀ ਸੁਣੀ ਆ, ਤੇ ਉਹ 'ਚ ਇਸ ਤਰ੍ਹਾਂ ਵੀ ਦੱਸਿਆ ਜਾਂਦਾ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਨਾਮ ਦਿੱਤਾ ਕਿ ਅੱਜ ਤੋਂ ਨਾਮ ਤੇਰਾ ਬਾਬਾ ਬੁੱਢਾ ਵਾ, ਤੇ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਗੱਲ ਚੱਲੀ ਕਿ ਮੁੰਡਾ ਤੇ ਜਵਾਨ ਆ, ਤੇ ਮਤਲਬ ਨਾਮ ਬੁੱਢਾ ਕਿਉਂ ਰੱਖਦਾ, ਤੇ ਉਦੋਂ ਫਿਰ ਬਾਬਾ ਬੁੱਢੇ ਜੀ ਜਵਾਨੀ ਤੋਂ ਉਹਨਾਂ ਦਾ ਮਤਲਬ ਰੂਪ ਮਤਲਬ ਬਾਬਾ ਬੁੱਢਿਆ ਵਾਂਗੂ ਹੋ ਗਿਆ। ਇਹ ਗੱਲ ਸਹੀ ਆ ਕਿ ਨਹੀਂ? ਨਹੀਂ, ਇਹ ਗੱਲ ਮੇਰੇ ਖਿਆਲ ਸੂਰਜ ਪ੍ਰਕਾਸ਼ ਹੈ ਨਾ, ਗੁਰਪ੍ਰਤਾਪ ਸੂਰਜ ਦੇ ਵਿੱਚ ਇਹ ਗੱਲ ਲਿਖੀ ਹੋਈ ਆ। ਪਰ ਅਸਲ ਦੇ ਵਿੱਚ ਕਿਉਂਕਿ ਜੀਵਨ ਤੇ ਉਹੀ ਰਹਿਣਾ ਜਿਵੇਂ ਦਾ ਸਤਿਗੁਰਾਂ ਨੇ ਬਸ ਨਾਮ ਉਹਦਾ ਬੁੱਢਾ ਕਰ ਦਿੱਤਾ ਸੀ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ। ਤੇ ਉਹ ਗੁਰਪ੍ਰਤਾਪ ਸੂਰਜ ਦੀ ਸਾਖੀ, ਕਿਉਂਕਿ ਜਦੋਂ ਸਾਖੀਕਾਰ ਸਾਖੀ ਲਿਖਦਾ ਹੈ ਨਾ, ਉਹ ਆਪਣੇ ਢੰਗ ਦੇ ਨਾਲ ਉਹਨੂੰ ਵਿਆਖਿਆ ਕਰ ਦਿੰਦਾ। ਇਸ ਤਰ੍ਹਾਂ ਵੱਖ-ਵੱਖ ਸਾਖੀਆਂ ਜਿਹੜੀਆਂ ਉਹ ਪ੍ਰਚਲਿਤ ਹੋ ਜਾਂਦੀਆਂ। ਜਿਵੇਂ ਆਪਾਂ ਸਭ ਤੋਂ ਪਹਿਲਾਂ ਭਾਈ ਤਾਰੂ ਪੋਪਟ ਵਾਲੀ ਸਾਖੀ ਸੁਣੀ ਹੈ, ਉਹਦੇ ਵਿਚਲੀ ਜਿਹੜੀ ਸਾਖੀ ਹੈ ਨਾ, ਉਹ ਵੀ ਬਾਬਾ ਬੁੱਢਾ ਜੀ ਨਾਲ ਰਲਾ ਦਿੱਤੀ ਜਾਂਦੀ ਹੈ ਕਿ ਉਹਨਾਂ ਨੇ ਆਪਣੀ ਮਾਤਾ ਨੂੰ ਜਿਹੜਾ ਸੀ ਅੱਗ ਬਾਲਦਿਆਂ ਦੇਖਿਆ ਤੇ ਉਹ ਛੋਟੀਆਂ ਲੱਕੜੀਆਂ ਸੜ ਗਈਆਂ। ਇਹ ਵੀ ਬਾਬਾ ਬੁੱਢਾ ਜੀ ਨਾਲ ਜਿਹੜੀ ਰਲਾ ਦਿੱਤੀ ਜਾਂਦੀ ਹੈ। ਇਸ ਕਰਕੇ ਇਹ ਨਾ ਜਿਹੜਾ ਲਿਖਣ ਵਾਲਾ ਸਾਖੀਕਾਰ ਹੁੰਦਾ ਹੈ, ਉਹ ਆਪਣੇ ਢੰਗ ਦੇ ਨਾਲ ਲਿਖਦਾ ਹੈ, ਤੇ ਉਹਦੇ ਤੇ ਚਲ ਸਾਖੀ ਦਾ ਅਸਲ ਮਨੋਰਥ ਇਹ ਹੁੰਦਾ ਹੈ ਕਿ ਉਹਦੇ ਨਾਲ ਗੁਰਮਤਿ ਦ੍ਰਿੜ ਹੁੰਦੀ ਹੋਵੇ। ਜਿਵੇਂ ਬਾਬਾ ਬੁੱਢਾ ਜੀ ਨੇ ਜੀਵਨ ਦੇ ਵਿੱਚ ਜੇ ਉੱਚੇ ਆਦਰਸ਼ਾਂ ਨੂੰ ਪ੍ਰਾਪਤ ਕੀਤਾ ਹੈ, ਤੇ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਉਹਨਾਂ ਉੱਚ ਆਦਰਸ਼ਾਂ ਤੱਕ ਅਸੀਂ ਵੀ ਪ੍ਰਾਪਤੀ ਕਰੀਏ। ਇਹ ਸਾਖੀ ਦਾ ਮਨੋਰਥ ਹੁੰਦਾ ਹੈ। ਮਨੋਰਥ ਜਿਹੜਾ ਹੈ ਉਹਨੂੰ ਆਪਾਂ ਵਿਚਾਰਨਾ ਹੁੰਦਾ ਹੈ। ਜੇ ਸਾਖੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਆ ਜਾਵੇ ਤੇ ਉਹਨੂੰ ਜਿਹੜਾ ਹੈ ਆਪਾਂ ਨੂੰ ਛੱਡ ਦੇਣਾ ਚਾਹੀਦਾ ਹੈ, ਤੇ ਸਾਖੀ ਦੀ ਜਿਹੜੀ ਹੈ ਨਾ ਵਿਚਾਰ ਉਹਦੇ ਨਾਲ ਜੁੜ ਜਾਣਾ ਚਾਹੀਦਾ ਹੈ। ਸੋ ਇਸ ਤੋਂ ਇਲਾਵਾ ਸੰਗਤ ਅੱਜ ਨਵੀਂ ਵੀ ਬਹੁਤ ਜੁੜ ਚੁੱਕੀ ਹੈ, ਤੇ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੇ ਹੋਰ ਕਿਸੇ ਨੇ ਭਾਈ ਜੇ ਕੋਈ ਸਵਾਲ ਹੈ ਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਜਿਹੜਾ ਆਪ ਜੀ ਨੇ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਅਖੀਰਲੇ ਸਮੇਂ ਹਰਗੋਬਿੰਦ ਸਾਹਿਬ ਨੂੰ ਆਪਣੇ ਪੁੱਤਰ ਦੀ ਬਾਂਹ ਫੜਾਈ, ਹਾਂਜੀ, ਤੇ ਉਹਨਾਂ ਬਾਰੇ ਦੱਸਣਾ ਕਿ ਅੱਗੇ ਕਿੱਦਾਂ ਫਿਰ ਉਹ ਜੁੜੇ ਰਹੇ। ਹਾਂਜੀ, ਉਹ ਬਾਬਾ ਬੁੱਢਾ ਜੀ ਦਾ ਜੋ ਸਮੁੱਚਾ ਜੀਵਨ ਆਪਾਂ ਵਿਚਾਰਾਂਗੇ ਤੇ ਫਿਰ 10ਵੇਂ ਪਾਤਸ਼ਾਹ ਤੱਕ ਜਿਹੜਾ ਸੀ ਇਹਨਾਂ ਨੇ ਹੀ ਗੁਰਤਾ ਗੱਦੀ ਦਾ ਤਿਲਕ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਲੱਗਦਾ ਰਿਹਾ। ਤੇ ਕੀ ਇਹਨਾਂ ਦਾ ਪਰਿਵਾਰ ਦੀ ਹਿਸਟਰੀ ਆ ਉਹ ਆਪਾਂ ਜਿਹੜਾ ਹੈ ਜਲਦੀ ਵਿਚਾਰਾਂਗੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ। ਤੇ ਇਹਨਾਂ ਦਾ ਪੁੱਤਰ ਸੀ ਭਾਈ ਰਾਮ ਕੋਇਰ ਤੇ ਬਾਬਾ ਬੁੱਢਾ ਸਾਹਿਬ ਜੀ ਦਾ। ਇਹਨੇ ਜਿਹੜੀ ਸੀ ਨਾ ਬਾਂਹ, ਇਸ ਪੁੱਤਰ ਰਾਮ ਕੋਇਰ ਦੀ ਬਾਂਹ ਜਿਹੜੀ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਫੜਾਈ ਸੀ ਬਾਬਾ ਬੁੱਢਾ ਜੀ ਨੇ ਰਾਤ ਵੇਲੇ, ਜਿਸ ਦਿਨ ਇਹਨਾਂ ਦਾ ਦੇਹਾਂਤ ਹੋਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ। ਤਾਂ ਇਸ ਤਰ੍ਹਾਂ ਬਾਅਦ ਵਿੱਚ ਜਦੋਂ 9ਵੇਂ ਪਾਤਸ਼ਾਹ ਵੇਲੇ 22 ਮੰਜੀਆਂ ਡੱਟ ਗਈਆਂ ਸਨ, ਉਸ ਵੇਲੇ ਵੀ ਇਹਨਾਂ ਦੇ ਵਿੱਚੋਂ ਇਹਨਾਂ ਦੇ ਜਿਹੜਾ ਜਦੋਂ ਸਤਿਗੁਰਾਂ ਨੂੰ ਪ੍ਰਗਟ ਕੀਤਾ ਸੀ 9ਵੇਂ ਪਾਤਸ਼ਾਹ ਨੂੰ, ਫਿਰ ਇਹਨਾਂ ਨੂੰ ਇਹਨਾਂ ਦੀ ਵੰਸ਼ ਵਿੱਚੋਂ ਹੀ ਜਿਹੜਾ ਸੀ ਰਾਮ ਕੋਇਰ, ਇਹਨੇ ਆ ਕੇ ਜਿਹੜਾ ਤਿਲਕ ਦਿੱਤਾ ਸੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ। ਫਿਰ ਸਿੱਖ ਸੰਗਤ ਚੁੱਕੀ ਸੀ। ਭਾਵ ਇਹ ਸੀ ਕਿ ਸਤਿਗੁਰਾਂ ਦਾ ਬਚਨ ਸੀ ਕਿ ਜਿਹਨੂੰ ਤੁਸੀਂ ਮੱਥਾ ਟੇਕੋਗੇ ਉਹੀ ਅਸਲੀ ਗੁਰੂ ਹੋਊਗਾ। ਤੇ ਇਸ ਕਰਕੇ ਬੜਾ ਲਾਲਚ ਵੀ ਦਿੱਤਾ ਸੀ ਭਾਈ ਰਾਮ ਕੋਇਰ ਨੇ, ਤੂੰ ਸਾਨੂੰ ਮੱਥਾ ਟੇਕ ਦੇ, ਤੂੰ ਇੱਧਰ ਤਿਲਕ ਲਾ ਦੇ, ਪਰ ਭਾਈ ਰਾਮ ਕੋਇਰ ਨੇ ਗੱਲ ਮੰਨੀ ਨਹੀਂ ਸੀ। ਫਿਰ ਭਾਈ ਰਾਮ ਕੋਇਰ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋਏ, ਫਿਰ ਉਹਨਾਂ ਨੂੰ ਆਪ ਆ ਕੇ ਤਿਲਕ ਦਿੱਤਾ ਸੀ। ਫਿਰ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਸੀ ਕਿ ਜਿਹੜਾ ਗੁਰੂ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਇਸ ਤਰ੍ਹਾਂ ਆਪਾਂ ਵਿਸਥਾਰ ਦੇ ਨਾਲ ਕਿਸੇ ਦਿਨ ਜ਼ਰੂਰ ਵਿਚਾਰਾਂਗੇ। ਵਿਚਾਰ ਲੰਬੀ ਹੋ ਜਾਣੀ ਸੀ ਕਿਉਂਕਿ ਸਿਰਫ ਬਾਬਾ ਬੁੱਢਾ ਜੀ ਦੀ ਵਿਚਾਰ ਸੀ, ਤੇ ਤਾਂ ਕਰਕੇ ਆਪਾਂ ਨੇ ਸੰਕੋਚਿਆ। ਸੋ ਹੋਰ ਕਿਸੇ ਦਾ ਸਵਾਲ? ਠੀਕ ਹੈ ਸਾਧ ਸੰਗਤ ਜੀ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਅੱਜ ਦੀ ਜਿਹੜੀ ਸ਼ਾਮ ਦੀ ਕਲਾਸ ਹੈ ਉਹਦਾ ਸਮਾਂ 6:30 ਹੀ ਰਹੇਗਾ, 6:30 ਹੀ ਰਹੇਗਾ। ਤੇ ਕੱਲ ਨੂੰ ਆਪਾਂ ਉਸ ਕਲਾਸ ਦਾ ਸਮਾਂ ਜਿਹੜਾ 6 ਵਜੇ ਕਰਨ ਵਾਲੇ ਹਾਂ। ਤੇ ਆਪ ਜੀ ਨੇ ਕੱਲ ਤੋਂ ਉਸ ਕਲਾਸ ਦੇ ਵਿੱਚ 6 ਵਜੇ ਜੁੜਨਾ, ਜੋ ਗੁਰਬਾਣੀ ਸੰਥਿਆ ਦੀ ਕਲਾਸ ਹੈ।
ਤੇ ਉਹ ਆਪਾਂ 6 ਵਜੇ ਜਿਹੜੀ ਹੈ ਉਹ ਆਰੰਭ ਕਰਨੀ ਹੈ। ਤੇ 6 ਰਹਿ ਰਸ ਦਾ ਕਰਕੇ ਨਾ, ਕਿਉਂਕਿ ਸੰਗਤ ਕਹਿੰਦੀ ਰਹਿ ਰਸ ਦਾ ਸਮਾਂ ਹੋ ਜਾਂਦਾ ਹੈ ਤੇ ਇਹ ਜ਼ਰੂਰੀ ਵੀ ਹੈ। ਰਹਿ ਰਸ ਤੋਂ ਬਾਅਦ ਪ੍ਰਸ਼ਾਦੇ ਛਕਣ ਤੋਂ ਬਾਅਦ ਰਹਿ ਰਸ ਦਾ ਆਨੰਦ ਨਹੀਂ ਆਉਂਦਾ, ਤੇ ਇਸ ਕਰਕੇ ਪਹਿਲੋਂ ਰਹਿ ਰਸ ਸਾਹਿਬ ਦਾ ਪਾਠ ਹੋ ਜੇ ਤੇ ਵਧੀਆ ਗੱਲ ਹੈ। ਇਸ ਕਰਕੇ ਆਪਾਂ ਸਮਾਂ ਜਿਹੜਾ ਉਹ ਪਹਿਲੋਂ ਕਰ ਰਹੇ ਹਾਂ 6 ਵਜੇ ਦਾ। ਅੱਜ ਤੇ 6:30 ਹੀ ਰਹੇਗੀ, 6:30 ਹੀ ਰਹੇਗਾ ਸਮਾਂ। ਕੱਲ ਨੂੰ ਸਮਾਂ ਜਿਹੜਾ ਹੈ ਉਹ 6 ਵਜੇ ਦਾ ਹੋਏਗਾ, 6 ਤੋਂ 6:45 ਤੱਕ, 6:45 ਵਜੇ ਤੱਕ ਸ਼ਾਮ। ਤੇ ਇਹ ਆਪ ਜੀ ਨੇ ਜਿਹੜਾ ਹੈ ਨੋਟ ਕਰ ਲੈਣਾ। ਸੋ ਇੰਨੀਆਂ ਕੁ ਬੇਨਤੀਆਂ। ਤੇ ਸੰਗਤ ਨੂੰ ਇਹ ਵੀ ਬੇਨਤੀ ਹੈ ਵੀ ਜਿਹੜੀ ਸੰਗਤ ਹੁਣ ਜੁੜੀ ਆ ਉਸੇ ਤਰ੍ਹਾਂ ਸ਼ਾਮ ਨੂੰ ਵੀ ਜੁੜਨ, ਤੇ ਸ਼ਾਮ ਨੂੰ ਆਪਾਂ ਤਪ ਪ੍ਰਸਾਦ ਸੋਈਏ, ਸੁਧਾ ਸੋਈਏ ਜਿਹਨਾਂ ਨੂੰ ਕਿਹਾ ਜਾਂਦਾ, ਉਹਨਾਂ ਦੀ ਆਪਾਂ ਜਿਹੜੀ ਆ ਸੰਥਿਆ ਤੇ ਵਿਚਾਰ ਕਰਨੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।